सतनाम श्री वाहिगुरु साहिब जी। जल की तोट न होने पावै, निस्मै तम होए तो पर लियावै। एक सेवा में पा बिलाखी, अपर नहीं किस बिद को कांखी। वाहिगुरु जी का खालसा, वाहिगुरु जी की फतेह। जुगो जुग अटल शब्द गुरु बाणी के बोहित चवर तख दे मालक, दसां पातशाहियां जी की जोत, साहिब श्री गुरु ग्रंथ साहिब जी दे हजूर, सुभाईमान गुरु सवारे गुरु प्यारे खालसा सत संगी जनों, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਆਂ ਦੀ ਮੁਬਾਰਕ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਗੁਰ ਇਤਿਹਾਸ ਦੀ ਕਥਾ ਦਾ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਾਲਵੇ ਦੇ ਲੋਕਾਂ ਦਾ ਭਲਾ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦਾ ਬੀਜਿਆ ਹੋਇਆ ਸਿੱਖੀ ਦਾ ਬੀਜ, ਉਹਦੇ 'ਚ ਪਾਣੀ ਪਾਉਣ ਦੀ ਖਾਤਰ, ਸੰਭਾਲ ਦੀ ਖਾਤਰ ਚੱਲੇ ਹੋਏ ਨੇ। ਬਾਰੇ ਪਿੰਡ ਦੇ ਵਿੱਚ ਸਤਿਗੁਰਾਂ ਜੀ ਨੇ ਪਹੁੰਚਣਾ ਕੀਤਾ। ਚੁਮਾਸੇ ਦੇ ਦਿਨ ਰੁਕੇ, ਲੋਕਾਂ ਨੂੰ ਸਮਝਾਇਆ ਵੀ ਆਪਣੇ ਘਰ ਨੀਵੇਂ ਪਾਸੇ ਤੋਂ ਉੱਚੇ ਪਾਸੇ ਵਸਾਓ, ਨਹੀਂ ਤਾਂ ਪਾਣੀ ਨੁਕਸਾਨ ਕਰੂ ਤੁਹਾਡਾ, ਹਰੇਕ ਵਾਰੀ ਹੁੰਦਾ। ਗੋਬਿੰਦਪੁਰੇ ਪਹੁੰਚੇ ਸਤਿਗੁਰੂ ਜੀ, ਇੱਥੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਕਿਸੇ ਦਾ ਮਾੜਾ ਨਹੀਂ ਸੋਚੀਦਾ ਹੁੰਦਾ, ਭਲਾ ਸੋਚੋ ਭਲਾ ਹੋਊਗਾ। ਧਾਲੀਵਾਲਾਂ ਨੂੰ ਸਤਿਗੁਰਾਂ ਜੀ ਨੇ ਵਰ ਬਖਸ਼ਿਆ। ਅਗਲੇ ਪਿੰਡ ਪਹੁੰਚੇ, ਇੱਥੇ ਸਿੱਖ ਪੱਠੇ ਲੈਣ ਵਾਸਤੇ ਗਏ, ਵੱਢਣ ਤੋਂ ਰੋਕਿਆ ਨਹੀਂ, ਪਰ ਜਦੋਂ ਚੋਕਣ ਲੱਗੇ ਫਿਰ ਰੋਕ ਲਿਆ। ਸਿੱਖਾਂ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ, ਕਹਿੰਦੇ ਮਹਾਰਾਜ ਇੱਥੇ ਨਹੀਂ ਰਹਿਣਾ ਆਪਾਂ ਨੇ। ਅਗਲੇ ਪਿੰਡ ਗੁਰਨੇ ਚਲੇ ਗਏ। ਫਿਰ ਜਦੋਂ ਗਲਤੀ ਦਾ ਅਹਿਸਾਸ ਹੋਇਆ, ਸਾਰੇ ਲੋਕ ਭੁੱਲ ਬਖਸ਼ਾਉਣ ਵਾਸਤੇ ਗਏ। ਸਤਿਗੁਰੂ ਜੀ ਕਹਿੰਦੇ ਤੁਹਾਡਾ ਸੌਖਾ ਹੀ ਕੰਮ ਸਰ ਜਾਣਾ ਸੀ, ਪਰ ਹੁਣ ਜਿੰਨਾ ਕੁ ਤੁਸੀਂ ਸਿੱਧੂਆਂ ਦੇ ਨਾਲ ਅੜੋਗੇ ਉਨਾ ਕੁ ਰਾਜ ਕਾਇਮ ਕਰ ਲਓਗੇ, ਨਹੀਂ ਤਾਂ ਤੁਸੀਂ ਆਪਣੀ ਜੜ ਗਵਾ ਲਈ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਚੱਲਦੇ ਹੋਏ ਧਮਧਾਨ ਸਾਹਿਬ ਪਹੁੰਚੇ ਨੇ। ਇੱਥੇ ਗੁਰੂ ਪਾਤਸ਼ਾਹ ਜੀ ਨੇ ਆਪਣਾ ਡੇਰਾ ਕੀਤਾ ਹੋਇਆ ਹੈ। ਇੱਥੇ ਇੱਕ ਸਿੱਖ ਹੈ ਜਿਹਦਾ ਨਾਮ ਹੈ ਰਾਮਦੇਵ। ਉਹ ਇੱਥੇ ਪਾਣੀ ਛੜਕਾਉਂਦਾ ਹੈ, ਪਾਣੀ ਭਰਦਾ ਹੈ। ਹਰ ਵਕਤ ਪਾਣੀ 'ਚ ਲੱਗਿਆ ਹੋਣ ਕਰਕੇ ਇਹਦਾ ਨਾਮ ਭਾਈ ਮੀਹਾਂ ਹੋ ਗਿਆ। ਉਹਦਾ ਪ੍ਰਸੰਗ ਚੱਲ ਰਿਹਾ। ਇੱਥੋਂ ਕਥਾ ਦੀ ਰੰਭਤਾ ਹੁੰਦੀ ਹੈ ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜਲ ਕੀ ਤੋਟ ਨਾ ਹੋਣੇ ਪਾਵੇ। ਕਦੇ ਵੀ ਕਿਤੇ ਵੀ ਕਿਸੇ ਨੂੰ ਵੀ ਡੇਰੇ ਦੇ ਵਿੱਚ ਪਾਣੀ ਦੀ ਕਮੀ ਨਹੀਂ ਆਉਣ ਦਿੰਦਾ। ਨਿਸਮੈ ਤਮ ਹੋਏ ਤੋ ਪਰ ਲਿਆਵੇ। ਰਾਤ ਦੇ ਹਨੇਰੇ ਦੀ ਕੋਈ ਗੱਲ ਨਹੀਂ ਹੈ, ਰਾਤ ਨੂੰ ਵੀ ਪਾਣੀ ਦੀ ਲੋੜ ਪੂਰੀ ਕਰਦਾ, ਜਾਗਦਾ ਰਹਿੰਦਾ। ਇੱਕ ਸੇਵਾ ਮੈਂ ਭਾ ਬਿਲਾਖੀ। ਕੋਈ ਸੇਵਾ ਦੇ ਵਿੱਚ ਲੱਗਿਆ ਹੋਇਆ ਇੱਛਾ ਰੱਖ ਕੇ ਅਪਰ ਨਹੀਂ ਕਿਸ ਬਿਦ ਕੋ ਕਾਂਖੀ। ਹੋਰ ਕੋਈ ਇੱਛਾ ਨਹੀਂ ਰੱਖਦਾ ਵੀ ਜਿਹੜੀ ਜ਼ਿੰਮੇਵਾਰੀ ਮੈਨੂੰ ਸਤਿਗੁਰਾਂ ਜੀ ਨੇ ਦਿੱਤੀ ਹੈ ਉਹਨੂੰ ਮੈਂ ਨਿਭਾਵਾਂ, ਹੋਰ ਕੋਈ ਨਿਭੇ ਨਾ ਨਿਭੇ, ਕਿਉਂਕਿ ਉਹਦਾ ਮੈਂ ਜਵਾਬ ਦੇ। ਕੋਈ ਸਿੱਖ ਸ਼ਿਕਾਇਤ ਕਰੇ ਪਾਣੀ ਦੀ ਤੇ ਉਹ ਮੈਂ ਨਹੀਂ ਚਾਹੁੰਦਾ ਵੀ ਗੁਰੂ ਜੀ ਉਹਨੂੰ ਬੁਲਾ ਕੇ ਪੁੱਛਣ ਵੀ ਭਾਈ ਤੂੰ ਪਾਣੀ ਨਹੀਂ ਪਹੁੰਚਾਇਆ। ਸੋ ਜਿੱਥੇ ਜ਼ਿੰਮੇਵਾਰੀ ਲੱਗ ਗਈ ਬਸ ਉਦੋਂ ਹੀ ਨਿਭਾਉਣਾ ਹੈ, ਹੋਰ ਕਿਸੇ ਪਾਸੇ ਧਿਆਨ ਨਹੀਂ ਦਿੰਦਾ। ਗਾਗਰ ਤੇ ਛਿਲਗਾ ਸਿਰ ਮਾਸ। ਇੰਨਾ ਪਾਣੀ ਢੋਂਦਾ, ਇੰਨਾ ਪਾਣੀ ਢੋਂਦਾ ਕਿ ਸਿਰ ਦੇ ਵਿੱਚ ਗਾਗਰ ਚੁੱਕਣ ਕਰਕੇ, ਗਿੱਲਾ ਰਹਿਣ ਕਰਕੇ ਜ਼ਖਮ ਵੀ ਹੋ ਗਿਆ। ਦਿਨ ਪ੍ਰਤ ਵਦਤ ਭਇਓ ਚੌਹ ਪਾਸ। ਪਰ ਇਹਨੂੰ ਕੋਈ ਦਿੱਕਤ ਹੀ ਨਹੀਂ ਹੈ, ਉਹਦੀ ਆਪਣਾ ਪਾਣੀ ਢੋਈ ਜਾਂਦਾ ਤੇ ਜ਼ਖਮ ਜਿਹੜਾ ਉਹ ਅੱਗੇ ਅੱਗੇ ਵਧੀ ਜਾਂਦਾ ਚਾਰੇ ਪਾਸੇ ਨੂੰ। ਧਰੈ ਭਾਵ ਸਿਰ ਘਾਵ ਬਿਸਾਲਾ। ਸਿਰ ਦੇ ਵਿੱਚ ਜਿਹੜਾ ਜ਼ਖਮ ਹੋਇਆ ਉਹ ਇਹਦੀ ਭਾਵਨਾ ਦੇ ਅੱਗੇ ਫਿੱਕਾ ਪੈ ਗਿਆ। ਮਖ ਕਾ ਕਾਟਤ ਹੈ ਸਭ ਕਾਲਾ। ਜਿੱਥੇ ਜ਼ਖਮ ਹੈ ਉੱਥੇ ਮੱਖੀਆਂ ਦਾ ਭਿਣਕਣਾ ਸੁਭਾਵਿਕ ਹੈ। ਨਹੀਂ ਘਾਵ ਕੀ ਪੀਰ ਵਿਚਾਰੈ। ਇਹਦਾ ਧਿਆਨ ਨਹੀਂ ਜਾਂਦਾ ਵੀ ਮੇਰੇ ਸਿਰ 'ਚ ਜ਼ਖਮ ਹੈ, ਮੈਨੂੰ ਪੀੜਾ ਹੈ। ਤਿਸੀ ਰੀਤ ਗਾਗਰ ਸਿਰ ਧਾਰੈ। ਉਸੇ ਤਰ੍ਹਾਂ ਹੀ ਸਿਰ ਤੇ ਗਾਗਰ ਚੁੱਕ ਕੇ ਲਿਆਈ ਜਾਂਦਾ ਹੈ। ਜਲ ਕੀ ਤੋਟ ਨਾ ਹੋਣ ਨਹਿ ਦੇਈ। ਬਸ ਪਾਣੀ ਦੀ ਕਮੀ ਨਾ ਕਿਤੇ ਆਵੇ ਡੇਰੇ ਦੇ ਵਿੱਚ। ਸਭ ਡੇਰੇ ਇਸ਼ਨਾਨ ਕਰੇਈ। ਸਾਰਾ ਡੇਰਾ ਇਹਦੇ ਲਿਆਏ ਹੋਏ ਪਾਣੀ ਦੇ ਨਾਲ ਇਸ਼ਨਾਨ ਕਰਦਾ ਹੈ। ਬਹੁਤ ਨਰਨ ਕੋ ਲੰਗਰ ਹੋਵੇ। ਲੰਗਰ ਦਾ ਤਾਂ ਕੋਈ ਹਿਸਾਬ ਹੀ ਨਹੀਂ ਨਾ ਹੈ। 500 ਸਾਧੂ ਉਦਾਸੀ ਹਮੇਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਹਿੰਦਾ ਸੀ। ਬਾਕੀ ਸੰਗਤਾਂ ਦਾ ਹਿਸਾਬ ਹੀ ਕੋਈ ਨਹੀਂ ਹੈ, ਅਣਗਿਣਤ ਸੰਗਤਾਂ ਹਨ। ਤਿਸ ਹਿਤ ਬਹੁਤ ਆਨ ਜਲ ਢੋਵੈ। ਸੰਗਤ ਦਾ ਇਸ਼ਨਾਨ ਕਰਾਉਣਾ, ਲੰਗਰ ਦੇ ਵਾਸਤੇ ਪਾਣੀ ਚਾਹੀਦਾ। ਸਰਬ ਪ੍ਰਕਾਰ ਚਾਹੀਐ ਪਾਣੀ। ਪਾਣੀ ਦੀ ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸਰੀਰ ਦੀ ਪਹਿਲੀ ਲੋੜ ਪਾਣੀ ਹੈ, ਹਰ ਵਕਤ ਚਾਹੀਦਾ ਪਾਣੀ। ਬਿਨ ਆਲਸ ਜਲ ਸੇਵਾ ਠਾਨੀ। ਆਲਸ ਤੋਂ ਬਿਨਾ ਪਾਣੀ ਦੀ ਸੇਵਾ ਕਰਦਾ। ਆਲਸੀ ਬੰਦਾ ਸੇਵਾ ਨਹੀਂ ਕਰ ਸਕਦਾ ਤੇ ਸੇਵਾ ਕਰਨ ਵਾਲਾ ਬੰਦਾ ਆਲਸੀ ਨਹੀਂ ਹੁੰਦਾ। ਪ੍ਰਭ ਮਿਲਵੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋ ਰੀ। ਰੱਬ ਨੂੰ ਮਿਲਣਾ ਭੈਣੇ, ਕਹਿੰਦੀ ਫਿਰ ਆਲਸ ਕਾਹਦੇ ਲਈ ਕਰਦੀ ਹੈ? ਥੱਕ ਗਈ, ਅੱਕ ਗਈ, ਅੱਜ ਨਹੀਂ ਮੈਥੋਂ ਹੁੰਦਾ। ਨਹੀਂ, ਅੱਜ ਨਾ ਸੁੱਤੀ ਕੰਤ ਸਿਵਾਂਗ ਮੁੜੇ ਮੁੜ ਜਾਏ। ਨਾਂਗਾ ਤਾਂ ਪੈਣਾ ਹੀ ਨਹੀਂ ਚਾਹੀਦਾ। ਉਦਮ ਘਰੇਂਦਿਆਂ ਜਿਉ ਤੋਂ ਕਮਾਵਦਿਆਂ ਸੁਖ ਪੁੰਚ। ਧਿਆਨ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਕਰੋ ਵਡਭਾਗਿਓ ਸਿਮਰੋ ਹਰ ਹਰ ਰਾਏ। ਐਕਟਿਵ ਰਹਿਣਾ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 70 ਸਾਲ ਦੀ ਉਮਰ ਦੇ ਵਿੱਚ ਵੀ ਕੰਮ ਨਹੀਂ ਛੱਡਿਆ। ਆਖਰੀ ਵਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ 95 ਸਾਲ ਦੀ ਉਮਰ ਦੇ ਵਿੱਚ ਬੰਦਗੀ ਨਹੀਂ ਛੱਡੀ।
ਦੇਖੋ ਵਡੇਪਾ ਤਾਂ ਵਡੇਪਾ ਹੀ ਹੈ। ਦਿੱਕਤ ਆ ਰਹੀ ਗੁਰੂ ਅਮਰਦਾਸ ਜੀ ਨੂੰ ਵਡੇਪੇ ਦੀ, ਪਰ ਉਹਨਾਂ ਨੇ ਦਿੱਕਤ ਨੂੰ ਦਿੱਕਤ ਬਣਨ ਨਹੀਂ ਦਿੱਤਾ। ਹੁਣ ਬਹੁਤੀ ਦੇਰ ਚੌਂਕੜਾ ਮਾਰ ਕੇ ਬੈਠਿਆ ਨਹੀਂ ਜਾਂਦਾ, ਪਰ ਜੇ ਹੁਣ ਚੌਂਕੜਾ ਨਹੀਂ ਵੱਜਦਾ ਫਿਰ ਬੰਦਗੀ ਛੱਡ ਦਿਓ। ਬੰਦਗੀ ਨਹੀਂ ਛੱਡੀ। ਸ਼੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਕੀਲੀ ਗਵਾਹ ਹੈ ਅੱਜ ਤੱਕ ਕਿ ਗੁਰੂ ਅਮਰਦਾਸ ਜੀ ਮਹਾਰਾਜ ਖੜੇ ਹੋ ਕੇ ਵੀ ਬੰਦਗੀ ਕਰਦੇ ਨੇ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ। ਕਹਿੰਦੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਬੰਦਗੀ ਕਰੋ, ਬੰਦਗੀ ਨਾ ਛੱਡੋ। ਅੜਿੱਕਾ ਤੇ ਹੈਗਾ ਵਡੇਪਾ, ਪਰ ਸਤਿਗੁਰੂ ਜੀ ਕਹਿੰਦੇ ਵੀ ਬਣਨ ਨਾ ਦਿਓ, ਇਹਨੂੰ ਅੜਿੱਕਾ ਬਣਨ ਹੀ ਨਾ ਦਿਓ। ਸੋ ਬਿਨਾਂ ਆਲਸ ਤੋਂ ਸੇਵਾ ਹਰ ਵਕਤ, ਇਹ ਸੇਵਾ ਇਸ ਤਰ੍ਹਾਂ ਹੋਇਆ ਕਰਦੀ ਹੈ ਕਿ ਭਾਈ ਸੁਚੇਤ ਰਹਿਣਾ ਹਰ ਵਕਤ। ਕਿਤਕ ਦਿਵਸ ਬੀਤੇ ਇਸ ਭਾਂਤ। ਇਸ ਤਰ੍ਹਾਂ ਇੱਥੇ ਰਹਿੰਦਿਆਂ ਹੋਇਆ ਕੁਝ ਦਿਨ ਲੰਘ ਜਾਂਦੇ ਹਨ। ਪਰੇ ਕਰਮ ਤਹਿ ਕਟ ਕਟ ਖਾਤ। ਕਹਿੰਦੇ ਜ਼ਖਮ ਇੰਨਾ ਗਹਿਰਾ ਹੋ ਗਿਆ, ਪਾਣੀ ਢੋਣ ਤੇ ਹਟਦਾ ਨਹੀਂ, ਗਿੱਲਾ ਹੋ ਜਾਂਦਾ। ਕਿਰਮ ਪੈ ਗਏ ਸਿਰ ਦੇ ਵਿੱਚ, ਜ਼ਖਮ ਹੋ ਗਏ, ਜ਼ਖਮ ਦੇ ਵਿੱਚ ਕਿਰਮ ਕੀੜੇ ਪੈ ਗਏ। ਤੇ ਹੁਣ ਉਹਨਾਂ ਨੇ ਤਾਂ ਮਾਸ ਹੀ ਕੱਟ ਕੇ ਖਾਣਾ ਨਾ। ਜ਼ਖਮ ਦੇ ਵਿੱਚ ਕੀੜੇ ਪੈ ਗਏ, ਕੱਟ ਕੇ ਖਾਂਦੇ ਹਨ। ਕਿਸ ਕੈ ਸੰਗ ਨ ਕਬਹੂ ਕਹੈ। ਪਰ ਇਹ ਕਿਸੇ ਨੂੰ ਕਹਿੰਦਾ ਨਹੀਂ ਹੈ ਵੀ ਮੈਨੂੰ ਦਿੱਕਤ ਹੈ, ਵੀ ਮੇਰੇ ਸਿਰ 'ਚ ਜ਼ਖਮ ਹੈ ਜਾਂ ਕੀੜੇ ਕੱਟਦੇ ਨੇ, ਦਰਦ ਹੈ। ਨਾ, ਮੇਰੇ ਵਾਲਾ ਕੰਮ ਤੂੰ ਕਰਦੇ ਨਹੀਂ। ਆਪਣੀ ਗਾਗਰ ਨਹੀਂ ਕਿਸੇ ਨੂੰ ਦਿੰਦਾ। ਤੂਸ਼ਨ ਕਰੈ ਕਸ਼ਟ ਕੋ ਸਹੈ। ਮਾਦਾ ਬਰਦਾਸ਼ਤ ਕਰਨ ਦਾ, ਸੇਵਾ 'ਚ ਲੱਗਿਆ ਰਹਿੰਦਾ। ਜਲ ਢੋਵਤ ਸਿਰ ਚਾਂਦੀ ਪਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸਰੀਰ ਦੇ ਵਿੱਚ ਚਾਂਦੀ ਪੈ ਗਈ, ਭਾਵ ਬੜਾ ਸਾਰਾ ਹਿੱਸਾ ਜਿਹੜਾ ਹੈ ਡੂੰਘ ਪੈ ਗਿਆ, ਚੱਕੀ ਜਾਣਾ, ਕਿਉਂਕਿ ਜ਼ਖਮ ਨੇ ਵਧੀ ਜਾਣਾ, ਵੱਡਾ ਹੋ ਹੀ ਗਿਆ ਜ਼ਖਮ। ਨਹਿ ਸਰੀਰ ਕੀ ਸੁਧ ਕਿਮ ਕਰੀ। ਪਰ ਇਹਨੂੰ ਆਪਣੇ ਸਰੀਰ ਦੀ ਸੁੱਧ ਹੀ ਨਹੀਂ ਹੈ। ਮੋਹ ਦੇ ਤਿਆਗ ਦੀ ਗੱਲ ਜਦੋਂ ਦੁਨੀਆ 'ਚ ਚੱਲਦੀ ਹੈ ਤਾਂ ਅਸੀਂ ਕਹਿੰਦੇ ਵੀ ਰਾਜੇ ਮਹਾਰਾਜਿਆਂ ਨੇ ਰਾਜ ਭਾਗ ਤਿਆਗਤਾ। ਤਿਆਗਤਾ ਕੋਈ ਗੱਲ ਨਹੀਂ, ਕਾਰੋਬਾਰ ਤਿਆਗਤਾ, ਪਰਿਵਾਰ ਤਿਆਗਤਾ, ਪਰ ਇਹ ਤਿਆਗ ਨੂੰ ਤਾਂ ਕੋਈ ਬਹੁਤਾ ਵੱਡਾ ਮੰਨਿਆ ਨਹੀਂ। ਜਿਹੜਾ ਤਿਆਗ ਹੈ ਉਹ ਤਾਂ ਆਪਣੇ ਸਰੀਰ ਦੇ ਮੋਹ ਦਾ ਤਿਆਗ ਕਰਨਾ ਹੈ, ਆਪਣੇ ਸਰੀਰ ਨਾਲੋਂ ਆਪਣੀ ਅਟੈਚਮੈਂਟ ਛੱਡਣੀ। ਜਦੋਂ ਇਹ ਛੁੱਟ ਗਈ ਤੇ ਸਮਝੋ ਮੋਹ ਤੋਂ ਤਿਆਗੀ ਹੋ ਗਿਆ। ਪਰ ਜਦੋਂ ਤੱਕ ਸਰੀਰ ਦਾ ਮੋਹ ਹੈ ਤਾਂ ਦੁਨਿਆਵੀ ਮੋਹ ਨਾ ਗੁਰੂ ਜੀ ਨੇ ਛੱਡਣ ਨੂੰ ਕਿਹਾ। ਇਹਨੂੰ ਕਹਿੰਦੇ ਰਹੋ ਆਪਣੇ ਪਰਿਵਾਰ 'ਚ, ਘਰ 'ਚ ਰਹੋ, ਕਾਰੋਬਾਰ ਕਰੋ, ਰਾਜ ਭਾਗ ਕਰੋ। ਸ਼ਿਵਨਾਮ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦਾ ਮੈਂ ਨਹੀਂ ਇੱਥੇ ਰਹਿਣਾ, ਮੈਂ ਤਾਂ ਰਾਜ ਭਾਗ ਛੱਡ ਕੇ ਤੁਹਾਡੇ ਨਾਲ ਹੀ ਤੁਰਿਆ ਫਿਰਾਂਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਜੀ ਕਹਿੰਦੇ ਸਾਡਾ ਕੰਮੇ ਨਹੀਂ ਹੈ ਇਹ ਵੀ ਅਸੀਂ ਕਿਸੇ ਦਾ ਰਾਜ ਭਾਗ ਛਡਾਈਏ, ਪਰਿਵਾਰ ਛਡਾਈਏ। ਕਰੋ ਰਾਜ, ਇਮਾਨਦਾਰੀ ਦੇ ਨਾਲ ਕਰੋ, ਰਹੋ ਪਰਿਵਾਰ ਦੇ ਵਿੱਚ। ਨਾ ਭਾਈ, ਅਸੀਂ ਤਾਂ ਮੋਹ ਛੱਡਣ ਨੂੰ ਕਹਿ ਰਹੇ ਹਾਂ, ਨਾ ਕਿ ਪਰਿਵਾਰ ਛੱਡਣ ਨੂੰ, ਨਾ ਰਾਜ ਭਾਗ ਛੱਡਣ ਨੂੰ। ਹੁਣ ਸਰੀਰ ਦਾ ਮੋਹ ਹੀ ਨਹੀਂ ਰਿਹਾ, ਸਰੀਰ ਆਪਣਾ ਰਿਹਾ ਹੀ ਨਹੀਂ। ਬਹੁਤ ਅੱਗੇ ਦੀਆਂ ਗੱਲਾਂ ਇਹ, ਉੱਥੇ ਸਾਖੀ ਰੂਪ ਹੋ ਜਾਂਦਾ ਮਨੁੱਖ। ਆਪਣੇ ਸਰੀਰ ਦੇ ਕੋਲ ਖੜ ਕੇ ਆਪਣੇ ਸਰੀਰ ਨੂੰ ਵੇਖਣਾ, ਜਿਵੇਂ ਸੁਪਨੇ 'ਚ ਆਪਾਂ ਵੇਖਦੇ ਹਾਂ ਨਾ, ਉਸ ਤਰ੍ਹਾਂ ਉਹ ਅਵਸਥਾ ਇਹ ਹੈ ਹੀ ਨਹੀਂ। ਸਰੀਰ ਦੇ ਨਾਲ ਲਗਾਓ, ਜੋ ਮਰਜ਼ੀ ਹੋਈ ਜਾਵੇ ਸਰੀਰ ਨੂੰ। ਸੇਵਾ ਕਰਨੀ ਹੈ ਗੁਰੂ ਦੀ, ਇੱਕ ਸੇਵਾ ਕੇ ਤਤਪਰ ਹੋਇਓ। ਕੋਈ ਮਕਸਦ ਹੈ, ਸੇਵਾ ਕਰਨੀ ਗੁਰੂ ਜੀ ਦੀ। ਪੂਰਬ ਕੇ ਸਮ ਹੀ ਜਲ ਢੋਇਓ। ਠੀਕ ਹੈ, ਸਰੀਰ ਦੇ ਵਿੱਚ ਜ਼ਖਮ ਵੀ ਹੋ ਗਿਆ, ਕਿਰਮ ਵੀ ਪੈ ਗਏ, ਪਰ ਇਹ ਨਹੀਂ ਵੀ ਕੋਈ ਗੇੜਾ ਘਟ ਗਿਆ,
ਕਿ ਪਹਿਲਾਂ ਨਾਲੋਂ ਘੱਟ ਪਾਣੀ ਲਿਆਉਣ ਲੱਗ ਗਿਆ, ਨਹੀਂ, ਸੇਵਾ ਜਾਰੀ ਪਹਿਲਾਂ ਦੀ ਤਰ੍ਹਾਂ। ਕਟ ਕਟ ਕਿਰਮ ਖਾਤ ਹੈ ਮਾਸ, ਕੀੜੇ ਖਾਈ ਜਾਂਦੇ ਹਨ ਮਾਸ ਨੂੰ ਕੱਟ ਕੱਟ ਕੇ। ਉਪਰ ਭਾਰ ਧਰਤ ਹੈ ਰਾਸ, ਇਹ ਆਪਣੀ ਗਾਗਰ ਭਰ ਕੇ ਚੁੱਕੀ ਜਾਂਦਾ, ਢੋਈ ਜਾਂਦਾ। ਈਨੂ ਗਾਗਰ ਧਰੇ ਟਿਕਾਵਤ, ਹੁਣ ਗਾਗਰ ਸਿੱਧੇ ਤੌਰ ਤੇ ਨਹੀਂ ਨਾ ਟਿਕਦੀ, ਉਹਦੇ ਥੱਲੇ ਈਨੂਆ ਰੱਖਿਆ ਜਾਂਦਾ, ਉਹਦੇ ਉੱਪਰ ਗਾਗਰ ਟਿਕ ਜਾਂਦੀ ਹੈ ਤੇ ਸਿਰ ਨੂੰ ਤਕਲੀਫ ਘੱਟ ਹੁੰਦੀ, ਚੁੱਭਦੀ ਨਹੀਂ ਹੈ। ਈਨੂਆ ਰੱਖਿਆ ਹੋਇਆ ਗਾਗਰ ਚੁੱਕਣ ਦੇ ਲਈ। ਸੋ ਚੁਬ ਚੁਬ ਕਰ ਘਾਵ ਵਧਾਵਤ, ਪਰ ਜ਼ਖਮ ਦੇ ਵਿੱਚ ਤਾਂ ਨਰਮ ਕੱਪੜਾ ਵੀ ਚੁੱਭਦਾ ਹੀ ਹੈ ਨਾ, ਉੱਥੇ ਤਾਂ ਰੂੰ ਵੀ ਚੁੱਭਦੀ ਹੈ ਜ਼ਖਮ ਦੇ ਵਿੱਚ, ਜ਼ਖਮ ਹੈ ਉਹ ਵੀ ਚੁੱਭਦਾ ਹੈ, ਜ਼ਖਮ ਵੱਧਦਾ ਹੈ। ਬਦਿਓ ਰਹਿ ਇਹਨੂੰ ਸਿਰ ਨੀਤ, ਪਰ ਈਨੂਆ ਬੰਨਿਆ ਰਹਿੰਦਾ ਸਿਰ ਦੇ ਉੱਪਰ ਹਮੇਸ਼ਾ। ਕਬ ਖੋਲੈ ਦ੍ਰਿੜ ਬੰਧਨ ਹੀਤ, ਕਦੇ ਜਦੋਂ ਦੁਬਾਰੇ ਫਿਰ ਢਿੱਲਾ ਹੋ ਜਾਂਦਾ ਉਹਨੂੰ ਕਸਣ ਦੇ ਲਈ ਖੋਲਦਾ ਦੁਬਾਰੇ। ਇੱਕ ਦਿਨ ਸਿਰ ਤੇ ਜਬੈ ਉਤਾਰਿਓ, ਇੱਕ ਦਿਨ ਜਦੋਂ ਈਨੂਆ ਸਿਰ ਤੋਂ ਉਤਾਰਿਆ, ਖੋਲ ਰਜੂ ਤੇ ਕਰ ਮਹਿ ਧਾਰਿਓ, ਰੱਸੀ ਨਾਲ ਬੰਨਿਆ ਹੋਇਆ ਸੀ, ਈਨੂਆ ਹੱਥ ਦੇ ਵਿੱਚ ਪਕੜਿਆ। ਤਿਸ ਕੇ ਸੰਗ ਕਿਰਮ ਕੁਛ ਆਏ, ਹੁਣ ਜ਼ਖਮ ਦੇ ਉੱਤੇ ਈਨੂਆ ਸੀ ਤੇ ਕੁਝ ਕਿਰਮ ਈਨੂਏ ਦੇ ਨਾਲ ਬਾਹਰ ਆ ਜਾਂਦੇ ਹਨ। ਦਿਖਤ ਗਿਰੇ ਅਵਨੀ ਪਰ ਜਾਏ, ਜਦੋਂ ਗਿਰੇ ਤੇ ਨੇ ਤੁਰਦੇ ਹੋਏ ਧਰਤੀ ਤੇ ਵੇਖੇ। ਮੇਹ ਕੀਨਸ ਹਿਰਦੈ ਵਿਚਾਰ, ਜਦੋਂ ਕੀੜੇ ਤੁਰਦੇ ਵੇਖੇ ਸਿਰ ਚੋਂ ਡਿਗੇ, ਭਾਈ ਮੀਹਾਂ ਵਿਚਾਰ ਕਰਦਾ, ਗਿਰੇ ਇਹਾਂ ਮਰ ਹੈ ਬਿਨ ਬਾਰ। ਕਹਿੰਦੇ ਉਰੇ ਮਰ ਜਾਣਗੇ ਇਹ ਬਿਨਾਂ ਦੇਰੀ ਤੋਂ, ਕਿਉਂਕਿ ਇਹਨਾਂ ਦੀ ਖੁਰਾਕ ਤਾਂ ਧਰਤੀ ਤੇ ਹੈ ਨਹੀਂ ਨਾ, ਕੀ ਖਾਣਗੇ ਇਹ? ਮਾਸ ਕਹਾਂ ਤੇ ਭਖੈ ਇਹੀ, ਇੱਥੇ ਮਾਸ ਕਿੱਥੋਂ ਖਾਣਗੇ ਧਰਤੀ ਤੇ? ਮਰੈ ਤੁਰਤ ਪੈਰ ਜੂ ਧਰ ਦੇਹੀ, ਕਿਸੇ ਨੇ ਪੈਰ ਰੱਖ ਦਿਆ ਤੇ ਨਾਲ ਹੀ ਮਰ ਜਾਣਗੇ। ਇਨਕੇ ਜੀਵਨ ਕੇਰ ਉਪਾਏ, ਇਹਨਾਂ ਨੂੰ ਜਿਉਂਦੇ ਰੱਖਣ ਵਾਸਤੇ ਯਤਨ ਕਰੀਏ ਕੋਈ। ਮਮ ਸਿਰ ਬਿਨਾ ਨ ਜਾਣੈ ਜਾਏ, ਕਹਿੰਦਾ ਇਹਨਾਂ ਦੀ ਖੁਰਾਕ ਕਿੱਥੇ? ਤੇਰੇ ਸਿਰ ਚੋਂ ਡਿਗੇ ਨੇ, ਫਿਰ ਤੇਰਾ ਸਿਰ ਹੀ ਖਾਣਾ ਇਹਨਾਂ ਨੇ, ਹੋਰ ਕੀ ਖਾਣਾ ਹੈ? ਭੇਜ ਇਹਨਾਂ ਨੂੰ ਉੱਥੋਂ ਜਿੱਥੇ ਆਏ ਨੇ ਵਾਪਸ। ਦਇਆ ਧਾਰ ਸੋ ਲੀਏ ਉਠਾਏ, ਉਹਨਾਂ ਤਰਸ ਆਇਆ ਕੀੜਿਆਂ ਤੇ ਕੀੜੇ ਜਿਹੜੇ ਸਨ ਡਿਗੇ ਉਹ ਚੁੱਕ ਲਏ। ਜਹ ਤੇ ਗਿਰੇ ਦਏ ਤਹ ਪਾਏ, ਮੁੜ ਕੇ ਫੇਰ ਆਪਣੇ ਸਿਰ 'ਚ ਰੱਖ ਲਏ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੀੜਿਆਂ ਦਾ ਵੀ ਤਰਸ ਆਉਂਦਾ ਹੈ। ਹੁਣ ਜਿਹੜੇ ਇਨਸਾਨ ਨੂੰ ਇਨਸਾਨ ਦੇ ਉੱਤੇ ਤਰਸ ਨਹੀਂ ਆਉਂਦਾ, ਉਹਨੇ ਕਦੋਂ ਮੰਨਣੀ ਇਹ ਗੱਲ? ਉਹ ਤਾਂ ਨਹੀਂ ਮੰਨੂਗਾ, ਉਹ ਕਹਿੰਦਾ ਤਰਸ ਵਾਲੀ ਕਿਹੜੀ ਦੁਨੀਆ ਹੁੰਦੀ ਹੈ? ਉਹ ਸਭ ਤੇ ਤਰਸ ਕਰਦੇ, ਪਸ਼ੂਆਂ ਤੇ, ਪੰਛੀਆਂ ਤੇ, ਜੀਵਾਂ ਤੇ ਤਰਸ ਸਭ ਤੇ ਹੁੰਦਾ। ਪਰ ਇੱਥੇ ਤਾਂ ਮਾਨਸ ਖਾਣੇ ਕਰੇ ਨਵਾਜ, ਇੱਥੇ ਤਾਂ ਬੰਦੇ ਨੂੰ ਖਾ ਕੇ ਵੀ ਬੰਦਾ ਧਰਮ ਹੀ ਖਵਾਉਂਦਾ, ਨਵਾਜ਼ਾਂ ਪੜ੍ਹਦਾ ਫਿਰਦਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੰਦੇ ਨੂੰ ਖਾ ਕੇ ਰੱਬ ਦੀ ਨਵਾਜ਼ ਪੜ੍ਹ ਦਿੰਦਾ ਵੀ ਇਹ ਹਜਮ ਹੋ ਜਾਊਗਾ, ਇਹ ਨਵਾਜ਼ ਪੜ੍ਹ ਲਈ। ਬੰਦਾ ਤਾਂ ਇੱਥੇ ਖੜਿਆ ਹੈ, ਧਰਮ ਕਿੱਥੇ ਖੜਿਆ? ਕਹਿੰਦਾ ਨਾ ਬਈ ਕਿੱਥੇ ਜਾਓਗੇ, ਉਹ ਭੁੱਖੇ ਮਰ ਜਾਓਗੇ, ਆ ਜਾਓ, ਰਹੀ ਜਾਓ ਮੇਰੇ ਸਿਰ ਦੇ ਵਿੱਚ। ਇਸ ਥਲ ਪਾਲਨ ਹੋਏ ਇਨ ਕੇਰਾ, ਇੱਥੇ ਪਾਲਣ ਹੋਈ ਜਾਓਗੇ, ਇਹਨਾਂ ਦਾ ਬੱਚੇ ਰਹਿਣਗੇ। ਪੱਖਿਆਨ ਕਰੈ ਮਾਸ ਸਿਰ ਮੇਰਾ, ਇਹਨਾਂ ਦੀ ਖੁਰਾਕ ਪਰਮਾਤਮਾ ਨੇ ਇੱਥੇ ਬਣਾਈ ਹੈ ਤੇ ਭੇਜੇ ਨੇ ਖਾਣ ਵਾਸਤੇ ਨਾ। ਪ੍ਰਬੰਧ ਤਾਂ ਉਹਨੇ ਕੀਤਾ ਵਾਹਿਗੁਰੂ ਜੀ ਨੇ ਸਾਰਿਆਂ ਦਾ, ਫਿਰ ਖਾਈ ਜਾਣ ਦੇ। ਜੇ ਭੇਜੇ ਨੇ ਪ੍ਰਮਾਤਮਾ ਨੇ ਇੱਥੇ। ਮਾਤ ਨਾਨਕੀ ਨੇ ਤਿਸ ਦੇਖਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਸਤਿਕਾਰਯੋਗ ਮਾਤਾ ਨਾਨਕੀ ਜੀ ਨੇ ਇਹ ਘਟਨਾ ਨੂੰ ਆਪਣੀ ਅੱਖੀਂ ਵੇਖਿਆ ਵੀ ਮੀਹਾਂ ਕਰਦਾ ਕੀ ਹੈ। ਮਾਤਾ ਜੀ ਨੇ ਵੇਖ ਲਿਆ। ਹਿਰਦੈ ਉਪਾਈ ਦਇਆ ਵਿਸ਼ੇਖਾ, ਮਾਤਾ ਜੀ ਵੀ ਕਹਿਣ ਲੱਗੇ, ਪਾਤਸ਼ਾਹ ਧੰਨ ਹੈ ਤੂੰ, ਧੰਨ ਹੈ ਤੇਰੇ ਸਿੱਖ।
ਇਹੋ ਜਿਹਾ ਹਿਰਦਾ ਹੁੰਦਾ ਸਿੱਖਾਂ ਦਾ। ਮਾਤਾ ਜੀ ਨੂੰ ਵੀ ਤਰਸ ਆ ਗਿਆ ਵੀ ਭਾਈ ਆ ਸਿੱਖ ਕਰੀ ਕੀ ਜਾਂਦਾ ਹੈ। ਕਹਿਣ ਲੱਗੀ ਸੁਣ ਮੇਰੇ ਭਾਈ, ਕਹਿਣ ਲੱਗੀ ਮਾਤਾ ਜੀ ਭਾਈ ਸੁਣ ਸਿੱਖਾ, ਅਧਿਕ ਪ੍ਰੇਮ ਤੇ ਸੇਵ ਕਮਾਈ। ਕਮਾਲ ਹੈ ਵੀ ਇੰਨੀ ਭਾਵਨਾ ਦੇ ਨਾਲ ਤੂੰ ਸੇਵਾ ਕਰ ਰਿਹਾ ਹੈ। ਸ਼੍ਰੀ ਗੁਰ ਕੇ ਗ੍ਰਹਿ ਘਾਲੀ ਘਾਲ, ਗੁਰੂ ਨਾਨਕ ਦੇ ਘਰ ਦੇ ਵਿੱਚ ਘਾਲਣਾ ਘਾਲੀ ਹੈ, ਸੇਵਾ ਕੀਤੀ ਹੈ। ਹੋਏ ਕੈ ਕਸ਼ਟ ਵਿਹੀਨ ਨਿਹਾਲ, ਭਾਈ ਹੁਣ ਤੇਰੇ ਸਾਰੇ ਦੁੱਖ ਕੱਟੇ ਜਾਣਗੇ ਤੇ ਹੁਣ ਤੂੰ ਨਿਹਾਲ ਹੋ ਜਾਏਗਾ। ਤੇਰੀ ਸੇਵਾ ਥਾਂ ਪੈ ਗਈ ਹੈ। ਸਿਰ ਪਰ ਕੀਰੇ ਪਰੇ ਨ ਜਾਣੇ, ਸਮਝਦਾ ਹੀ ਨਹੀਂ ਹੈ ਵੀ ਮੇਰੇ ਸਰੀਰ ਦੀ ਦਸ਼ਾ ਕੀ ਹੈ, ਵੀ ਮੇਰੇ ਤਾਂ ਕੀੜੇ ਪੈ ਗਏ ਨੇ ਸਿਰ ਦੇ ਵਿੱਚ। ਤਿਸੀ ਰੀਤ ਗੁਰ ਸੇਵਾ ਠਾਨੇ, ਪਰ ਗੁਰੂ ਦੀ ਸੇਵਾ ਦੇ ਵਿੱਚ ਕਮੀ ਨਹੀਂ ਆਉਣ ਦਿੰਦਾ। ਜਦੋਂ ਸੇਵਾ ਨੂੰ ਸੇਵਾ ਸਮਝੋ ਨਾ, ਫਿਰ ਕੋਈ ਦਿੱਕਤ ਨਹੀਂ ਆਉਂਦੀ। ਜਦੋਂ ਨਾ ਸਮਝੋ ਫਿਰ ਦਿੱਕਤਾਂ ਹੀ ਦਿੱਕਤਾਂ ਨੇ। ਸੇਵਾ ਸਮਝੇ ਫਿਰ ਨਹੀਂ। ਜੇ ਚਾਅ ਹੈ ਤਾਂ ਉਤਸ਼ਾਹ ਹੈ, ਜਦੋਂ ਅੰਦਰ ਚਾਅ ਨਹੀਂ ਫਿਰ ਉਤਸ਼ਾਹ ਵੀ ਕੋਈ ਨਹੀਂ ਬਣਦਾ। ਚਾਅ ਹੀ ਨਹੀਂ ਹੈ ਆ ਫਿਰ ਤਾਂ ਥੋੜਾ ਜਿਹਾ ਸਿਰ ਦਰਦ ਹੋਇਆ ਕਹਿੰਦੇ ਛੱਡ ਪਰਾਂ, ਰਹਿਣ ਦੇ, ਕੋਈ ਹੋਰ ਕਰ ਲੂਗਾ, ਹੋਰ ਤੋਂ ਕਰਾ ਲੈਂਦੇ। ਚਾਅ ਨਹੀਂ ਹੈ। ਦਿੱਕਤ ਹੋਏ ਫਿਰ ਕਹਿੰਦੇ ਕੋਈ ਗੱਲ ਨਹੀਂ, ਸੇਵਾ ਕਰੀਏ, ਸੇਵਾ ਕਰਕੇ ਸੁੱਖ ਬਣ ਜੂ ਭਾਈ। ਬਈ ਭਾਈ ਆਪਣੇ ਸਰੀਰ ਨੂੰ ਨਹੀਂ ਵੇਖਿਆ, ਸਰੀਰ ਨੂੰ ਵੇਖ ਕੇ ਸੇਵਾ ਹੋ ਹੀ ਨਹੀਂ ਸਕਦੀ, ਕਿਉਂਕਿ ਸਾਡੇ ਸਰੀਰ ਦਾ ਸੁਭਾਅ ਹੈ ਵੀ ਸੱਚ ਵਾਲੇ ਪਾਸੇ ਚੱਲਦਾ ਨਹੀਂ ਹੈ। ਇੱਧਰ ਤਾਂ ਧੱਕੇ ਨਾਲ ਹੀ ਲਿਆਉਣਾ ਪੈਂਦਾ ਇਹ ਸੇਵਾ 'ਚ। ਮਨੁੱਖ ਥੱਕਦਾ ਨਹੀਂ, ਸਾਰੋ ਦਿਨ ਮਜ਼ਦੂਰੀ ਕਰੈ, ਨਾਮ ਕੀ ਵੇਲਾ ਬੱਜੈ ਸਿਰ ਪਰੈ। ਸਾਰੇ ਦਿਨ ਮਜ਼ਦੂਰੀ ਕਰ ਸਕਦਾ ਹੈ, ਪਰ ਨਾਮ ਦੀ ਵੇਲਾ, ਸੇਵਾ ਦੀ ਵੇਲੇ ਬੱਜਰ ਸਿਰ ਪੈ ਜਾਂਦਾ। ਇੱਥੇ ਆ ਕੇ ਦਿੱਕਤ ਆਉਂਦੀ। ਸੋ ਇੱਥੇ ਤਾਂ ਫਿਰ ਹਿੰਮਤ ਹੀ ਕਰਨੀ ਪੈਂਦੀ ਹੈ, ਧੱਕੇ ਦਾ ਧੱਕਾ ਹੀ ਕਰਨਾ ਪੈਂਦਾ। ਕੋਈ ਦਿੱਕਤ ਨਹੀਂ, ਸੇਵਾ ਜਾਰੀ ਹੈ ਜਿਉਂ ਦੀ ਤਿਉਂ, ਸਰੀਰ ਦਾ ਕੋਈ ਖਿਆਲ ਨਹੀਂ ਹੈ। ਮੇਹ ਸੁਨ ਕਰ ਕੀਨਸ ਬਿਨਤੀ, ਤਾਂ ਫਿਰ ਭਾਈ ਮੀਹਾ ਕਹਿਣ ਲੱਗਿਆ ਜੋੜ ਕੇ ਦੋਵੇਂ ਹੱਥ ਮਾਤਾ ਜੀ ਨੂੰ, ਨਿਜ ਸਰੀਰ ਕੀ ਮੋਹੇ ਨਾ ਗਿਣਤੀ। ਕਹਿੰਦੇ ਮਾਤਾ ਜੀ ਸਰੀਰ ਹੈ ਕੀ ਹੈ, ਇਹਦਾ ਕੋਈ ਹਿਸਾਬ ਹੀ ਨਹੀਂ ਹੈ। ਹੈ ਤਾਂ ਇਹ ਮਿੱਟੀ ਹੈ ਨਾ, ਮਿੱਟੀ ਨੇ ਮਿੱਟੀ 'ਚ ਮਿਲ ਜਾਣਾ। ਇਸ ਕਰਕੇ ਜਦੋਂ ਤੱਕ ਇਹ ਹੈਗਾ ਆਪਾਂ ਇਹਦਾ ਲਾਹਾ ਲੈ ਲਈਏ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਬ ਨਾ ਭਜਸ ਭਜਸ ਕਾ ਭਾਈ, ਆਵੈ ਅੰਤ ਨਾ ਭਜਿਆ ਜਾਈ। ਫਿਰ ਕਦੋਂ ਕਰੋਗੇ ਸਿਮਰਨ, ਕਦੋਂ ਕरेंगे ਸੇਵਾ? ਮਾਤਾ ਜੀ ਮੇਰੇ ਸਰੀਰ ਦੀ ਕਿਆ ਗਾ ਬਾਤ ਹੈ, ਮੇਰੀ ਸੇਵਾ ਜੇ ਪਰਵਾਨ। ਕਹਿੰਦੇ ਮੈਂ ਸਰੀਰ ਦੀ ਗੱਲ ਨਹੀਂ, ਮੈਂ ਤਾਂ ਇਸ ਗੱਲ ਦੇ ਵਿੱਚ ਲੱਗਿਆ ਵੀ ਹੁਣ ਤੱਕ ਸੇਵਾ ਕੀਤੀ, ਪਰ ਜੇ ਹੁਣ ਉਹਦੇ ਵਿੱਚ ਖਨਾਮੀ ਪੈ ਗਈ ਫਿਰ ਉਹ ਸੇਵਾ ਪ੍ਰਵਾਨ ਨਹੀਂ ਹੋਣੀ। ਸਾਡੇ ਆਮ ਗੱਲਾਂ ਪ੍ਰਚਲਿਤ ਨੇ ਨਾ ਵੀ ਆਪਾਂ ਸੇਵਾ ਆਰੰਭ ਕਰ ਲਈ। ਕਿਸੇ ਨੇ ਕਿਹਾ ਜੀ ਮੈਂ 40 ਦਿਨ ਸੇਵਾ ਕਰਨੀ, 39ਵੇਂ ਦਿਨ ਦਿੱਕਤ ਆ ਰਹੀ ਹੈ, ਦਿੱਕਤ ਆ ਗਈ ਰਹਿ ਗਈ। ਉਹ ਕਹਿੰਦੇ ਹੁਣ ਚੱਲ ਫੇਰ ਪਿੱਛੇ ਨੂੰ, 39 ਦਿਨ ਨਹੀਂ ਗਿਣੇ ਜਾਣੇ ਹੈ, ਦੁਬਾਰੇ ਫੇਰ ਇੱਕ ਤੇ ਇੱਕ ਕੰਮ ਸ਼ੁਰੂ ਕਰਨਾ ਪੈਣਾ। ਇਸ ਤਰ੍ਹਾਂ ਸਿੱਖ ਸੋਚਦਾ ਹੈ ਵੀ ਇੰਨੇ ਦਿਨ ਤੋਂ ਮੈਂ ਕਰਨ ਲੱਗ ਗਿਆ ਵੀ ਜੇ ਹੁਣ ਕਿਤੇ ਦਿੱਕਤ ਆ ਗਈ ਤੇ ਫਿਰ ਮੇਰੀ ਸੇਵਾ ਤਾਂ ਥਾਂ ਹੀ ਨਹੀਂ ਪੈਣੀ, ਦੁਬਾਰੇ ਫੇਰ ਸ਼ੁਰੂ ਕਰਨੀ ਪਊ। ਕਹਿੰਦੇ ਮਾਤਾ ਜੀ ਮੈਂ ਇਹ ਸੋਚਦਾ ਵੀ ਚਲੋ ਹੁਣ ਸਤਿਗੁਰੂ ਜੀ ਸੇਵਾ ਲੈ ਰਹੇ ਨੇ ਤੇ ਮੈਂ ਲੱਗਿਆ ਰਹਾ, ਖੁਨਾਮੀ ਨਾ ਆਵੇ, ਦਿੱਕਤ ਨਾ ਆ ਜੇ। ਮਰਨ ਦੀ ਕੋਈ ਗੱਲ ਨਹੀਂ, ਮਰਨ ਤੋਂ ਬਾਅਦ ਤਾਂ ਫਿਰ ਜ਼ਿੰਮੇਵਾਰੀ ਉਹਦੀ ਹੈ ਨਾ, ਪਰ ਜਿਉਂਦੇ ਜੀ ਦਿੱਕਤ ਨਾ ਆਵੇ, ਮੈਂ ਕਰਦਾ ਰਹਾ। ਇਨ ਕਿਰ ਮਨ ਕੋ ਹੋਏ ਕਲਿਆਣ। ਕਹਿੰਦੇ ਮਾਤਾ ਜੀ ਸਤਿਗੁਰਾਂ ਜੀ ਦੀ ਸੇਵਾ ਐਸੀ ਹੈ ਵੀ ਸੇਵਾ ਕਰਕੇ ਨਾ ਇਹਨਾਂ ਕੀੜਿਆਂ ਦਾ ਵੀ ਭਲਾ ਹੋ ਜਾਊਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿੱਥੇ ਸੋਚ ਹੈ,
ਸਾਡੇ ਸੋਚ ਮੰਡਲ ਦੇ ਵਿੱਚ ਇਹ ਗੱਲਾਂ ਆਉਂਦੀਆਂ ਹੀ ਨਹੀਂ ਹੈ। ਸਾਨੂੰ ਤਾਂ ਆਪਣਾ ਹੀ ਸ਼ੰਕਾ ਬਣਿਆ ਵੀ ਨਾਮ ਧਰੀਕ ਤਾਰੇ ਭਗਤਾਂ ਸੰਸਾ ਕੌਣ, ਸਾਨੂੰ ਤਾਂ ਆਪਣਾ ਹੀ ਸ਼ੰਕਾ ਬਣਿਆ ਹੋਇਆ ਹੈ। ਉਹ ਕਹਿੰਦਾ ਕੀੜਿਆਂ ਦਾ ਵੀ ਉਧਾਰ ਹੋ ਜਾਊਗਾ। ਇਹ ਸਿੱਖੀ ਸਾਡੀ ਸੋਚ ਤੋਂ ਪਰੇ, ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਨਾ ਉੱਥੋਂ ਧਰਮ ਸ਼ੁਰੂ ਹੁੰਦਾ ਹੈ। ਸਾਡੀ ਸੋਚ ਜਿੱਥੇ ਖਤਮ ਹੈ, ਕਹਿੰਦਾ ਮਾਤਾ ਜੀ ਉਹ ਕੋਈ ਗੱਲ ਨਹੀਂ ਸਰੀਰ ਦੀ, ਪਰ ਮੈਂ ਸੇਵਾ ਕਰੀ ਗਿਆ ਨਾ, ਕਰੀ ਗਿਆ, ਇਹਨਾਂ ਦਾ ਵੀ ਭਲਾ ਹੋ ਜਾਏਗਾ। ਇਨਕੋ ਸੰਕਟ ਹੋਏ ਨਾ ਜੈਸੇ, ਮੈਂ ਇਹੀ ਸੋਚਦਾ ਵੀ ਇਹਨਾਂ ਨੂੰ ਦਿੱਕਤ ਨਾ ਆਵੇ ਕੋਈ। ਕਰਨ ਉਪਾਏ ਮਾਤ ਜੀ ਤੈਸ, ਇਸ ਲਈ ਮਾਤਾ ਜੀ ਮੈਂ ਇਹ ਵੀ ਯਤਨ ਕਰਦਾ ਵੀ ਚਲੋ ਜਿੱਥੇ ਮੇਰਾ ਭਲਾ ਹੋਣਾ ਉੱਥੇ ਨਾਲ ਇਹਨਾਂ ਦਾ ਵੀ ਹੋ ਜਾਵੇ। ਸਤਿਗੁਰ ਹੋਏ ਦਿਆਲ ਸੁਨ ਭਾਈ, ਕਿਉਂਕਿ ਸਤਿਗੁਰੂ ਜੀ ਬਹੁਤ ਦਿਆਲੂ ਨੇ, ਬਹੁਤ ਤਰਸ ਕਰਦੇ ਨੇ, ਬੜੀ ਕਿਰਪਾ ਕਰਦੇ ਹਨ। ਦੇਹ ਸਕਲ ਬਿਦ ਕੀ ਵਡਿਆਈ, ਸਾਰੀ ਵਡਿਆਈ ਬਖਸ਼ ਦਿੰਦੇ ਨੇ ਸਤਿਗੁਰੂ ਜੀ, ਸਾਰੀ ਜਿੰਨੀ ਵੀ ਕੋਈ ਚਾਹੁੰਦਾ ਹੈ ਉਹਦੇ ਨਾਲੋਂ ਵੀ ਜ਼ਿਆਦਾ। ਇਮ ਸੁਨ ਲਗਿਓ ਸੇਵਕੋ ਜਾਏ, ਇਹ ਮਾਤਾ ਜੀ ਦੇ ਨਾਲ ਬਚਨ ਕਰਕੇ ਗੱਲਾਂ ਕਰਦਿਆਂ ਆਪਣਾ ਇਹਨੂੰ ਢਾ ਕੇ ਦੁਬਾਰੇ ਫੇਰ ਬੰਨ ਲਿਆ, ਗਾਗਰ ਚੁੱਕੀ ਚਲਾ ਗਿਆ ਸੇਵਾ ਕਰਨ। ਜਲ ਕੀ ਗਾਗਰ ਭਰ ਭਰ ਲਿਆਏ, ਉਸੇ ਤਰ੍ਹਾਂ ਹੀ ਪਾਣੀ ਢੋਣ ਲੱਗਿਆ। ਜਬ ਸ਼੍ਰੀ ਤੇਗ ਬਹਾਦਰ ਚੰਦ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੈਠੇ ਮਾਤ ਨਿਕਟ ਸੁਖ ਨੰਦ ਕੰਦ, ਸੁੱਖਾਂ ਦੇ ਮੂਲ ਸਤਿਗੁਰੂ ਜੀ ਆਪਣੇ ਪਰਿਵਾਰ ਦੇ ਵਿੱਚ ਬੈਠੇ ਨੇ। ਮਾਤਾ ਜੀ ਬੈਠੇ ਕੋਲ, ਸਤਿਗੁਰਾਂ ਜੀ ਦੇ ਮਹਿਲ ਮਾਤਾ ਗੋਇਰੀ ਜੀ ਬੈਠੇ ਨੇ, ਮਾਮਾ ਕਿਰਪਾਲ ਚੰਦ ਜੀ ਬੈਠੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਹ ਸਾਰੇ ਸਿੱਖ ਨਾਲ ਹੋਇਆ ਕਰਦੇ ਸਨ। ਸਾਰੇ ਬੈਠੇ ਸਤਿਗੁਰਾਂ ਜੀ ਦੇ ਕੋਲ। ਇਤਨੇ ਮਹਿ ਹਾਂ ਤਹ ਆਇਓ, ਕਿੰਨੇ ਨੂੰ ਭਾਈ ਮੇਹਾ ਚੱਲ ਕੇ ਆ ਜਾਂਦਾ। ਜਲ ਗਾਗਰ ਕੋ ਸੀਸ ਉਠਾਇਓ, ਆਪਣੇ ਸਿਰ ਦੇ ਉੱਤੇ ਗਾਗਰ ਚੁੱਕੀ ਹੋਈ ਹੈ। ਦੇਖ ਨਾਨਕੀ ਮਾਤ ਬਖਾਨਾ, ਜਿਸ ਵਕਤ ਆਇਆ ਤੇ ਮਾਤਾ ਜੀ ਦਾ ਧਿਆਨ ਚਲਾ ਗਿਆ ਫੇਰ ਮੇਹੇ ਦੇ ਵਿੱਚ, ਦੇਖ ਕੇ ਧਿਆਨ ਚਲਾ ਗਿਆ। ਤਾਂ ਫਿਰ ਮਾਤਾ ਜੀ ਨੇ ਸਤਿਗੁਰਾਂ ਜੀ ਨੂੰ ਸਿਫਾਰਿਸ਼ ਕੀਤੀ, ਉਹਦੀ ਹਾਲਤ ਵੇਖ ਕੇ, ਹੇ ਸੁਤ ਇਸ ਕੀ ਸੇਵ ਮਹਾਨਾ, ਕਹਿਣ ਲੱਗੀ ਲਾਲ ਜੀ, ਕਹਿੰਦੀ ਆ ਜਿਹੜਾ ਸਿੱਖ ਹੈ ਨਾ, ਜਿਹਨੂੰ ਮੇਹਾ ਕਹਿੰਦੇ ਆ ਤੁਸੀਂ, ਇਹਦੀ ਸੇਵਾ ਬਹੁਤ ਮਹਾਨ ਹੈ। ਕੋਈ ਦੂਸਰਾ ਕਹੇ ਨਾ ਵੀ ਤਾਂ ਫਿਰ ਠੀਕ ਹੈ, ਹੁਣ ਆਪਣੀ ਸੇਵਾ ਨਾਲ ਆਪੇ ਮਾਨ ਕਹੀ ਜਾਣਾ, ਆਪੇ ਵੱਡੀ ਕਹੀ ਜਾਣਾ, ਉਹ ਨਹੀਂ ਹੈ। ਦੂਸਰਾ ਕਹੇ, ਜਦੋਂ ਸਹੀ ਹੋਈ ਤੇ ਦੂਸਰਾ ਕਹੂਗਾ। ਮਹਾਨ ਸੇਵਾ ਭਾਈ ਮੇਹੇ ਦੀ, ਫੇਰ ਕਾਲ ਮੈਂ ਅਚਰਜ ਹੋਈ, ਕਹਿੰਦੀ ਪੁੱਤਰ ਮੈਂ ਕੱਲ ਵੇਖ ਕੇ ਨਾ ਬਹੁਤ ਹੈਰਾਨ ਹੋਈ। ਕਰਿਓ ਘਾਵ ਈਨੂੰ ਸਿਰ ਜੋਈ, ਆ ਜਿਹੜਾ ਇਹਨੂੰ ਇਹਨੇ ਸਿਰ ਤੇ ਬੰਨਿਆ ਹੋਇਆ ਨਾ, ਇੰਨਾ ਹੀ ਵੱਡਾ ਜ਼ਖਮ ਹੈ ਇਹਦੇ ਸਿਰ ਤੇ ਥੱਲੇ। ਮੈਂ ਦੇਖਿਆ ਕੱਲ ਇਹਨੂੰ ਜਦੋਂ ਖੋਲ ਕੇ ਬੰਨ ਰਿਹਾ ਸੀ। ਮੁਝ ਦੇਖਤ ਸੋ ਜਬੈ ਉਤਾਰਾ, ਮੇਰੇ ਵੇਂਦਿਆਂ ਜਦੋਂ ਇਹਨੇ ਉਤਾਰਿਆ ਬੰਨਿਆ, ਪਰੇ ਕਿਰਮ ਸਿਰ ਘਾਵ ਮਝਾਰਾ, ਕਹਿੰਦੇ ਪੁੱਤਰ ਘਾਹ ਹੀ ਨਹੀਂ ਹੈ, ਕੱਲਾ ਜ਼ਖਮ ਹੀ ਨਹੀਂ ਹੈ, ਉਹਦੇ ਤਾਂ ਕੀੜੇ ਪਏ ਪਏ ਨੇ। ਉਹੀ ਮੈਂ ਦੇਖਿਆ, ਕੀੜੇ ਪੈ ਗਏ ਸਿਰ ਦੇ ਵਿੱਚ। ਕੁਛਕ ਤਬੈ ਅਵਨੀ ਪਰ ਗਿਰੇ, ਜਦੋਂ ਇਹਨੂੰ ਉਤਾਰਿਆ ਨਾ, ਇਹਨੂੰ ਇਹਦੇ ਨਾਲ ਲੱਗੇ ਹੋਏ ਕੁਝ ਕੁ ਕਿਰਮ ਥੱਲੇ ਡਿਗੇ। ਇਨ ਉਚਾਏ ਸੋ ਸਿਰ ਪਰ ਧਰੇ, ਤੇ ਮੈਂ ਵੇਖਿਆ ਵੀ ਇਹਨੇ ਦੇਖਿਆ ਤੇ ਨਾਲ ਦੀ ਨਾਲ ਸੋਚ ਕੇ ਚੁੱਕ ਕੇ ਫੇਰ ਸਿਰ 'ਚ ਪਾ ਲਏ। ਮੈਂ ਵੇਖਿਆ ਚੁੱਕਦਾ ਕੀੜਿਆਂ ਨੂੰ, ਸਿਰ 'ਚ ਪਾ ਲੈਂਦਾ। ਅਬ ਇਸ ਨੇ ਬਹੁ ਕਾਲੀ ਕਾਲ, ਮੈਂ ਕਿਹਾ ਵੀ ਪੁੱਤਰ ਐਂ ਕੀ ਕਰਦਾ? ਉਹ ਕਹਿੰਦਾ ਮਾਤਾ ਖੁਰਾਕ ਕੀ ਵਿੱਚ ਹੈ ਸਿਰ ਦੇ, ਵੀ ਨਾਲ ਇਹਨਾਂ ਦਾ ਉਧਾਰ ਹੋ ਜਾਊਗਾ ਮੇਰੇ ਨਾਲ। ਇਹੋ ਜੀ ਸੋਚਦਾ ਮਾਲਕ।
ਕਹਿੰਦੀ ਫਿਰ ਹੁਣ ਕਰ ਦਿਓ ਕਿਰਪਾ, ਪਾ ਦਿਓ ਇਹਦੀ ਸੇਵਾ ਥਾਂ ਹੁਣ। ਮਾਤਾ ਜੀ ਨੇ ਸਿਫਾਰਿਸ਼ ਕਰ ਦਿੱਤੀ। ਰਹਿਓ ਆਪ ਕੇ ਸੰਗ ਵਿਸਾਲ, ਪੁੱਤਰ ਦੇਖ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਇਹ, ਤੇ ਸੇਵਾ 'ਚ ਲੱਗਿਆ ਰਹਿੰਦਾ ਹੈ। ਕਬਹੂ ਕਿਸ ਕੋ ਨਹੀਂ ਜਣਾਈ, ਪਰ ਇਹ ਕਦੇ ਵੀ ਕਿਸੇ ਨੂੰ ਜਣਾਉਂਦਾ ਨਹੀਂ ਹੈ। ਉਹ ਸੇਵਾ ਹੀ ਨਹੀਂ ਹੁੰਦੀ, ਉਹ ਸਿਮਰਨੇ ਨਹੀਂ ਹੁੰਦਾ ਜਿਹੜਾ ਕਿਸੇ ਨੂੰ ਜਣਾਉਂਦੇ ਆ। ਇਹ ਤਾਂ ਸਾਡੀ ਪ੍ਰਾਈਵੇਸੀ ਹੈ ਜਿਹਦੇ ਬਾਰੇ ਅਸੀਂ ਕਿਸੇ ਨੂੰ ਦੱਸਣਾ ਨਹੀਂ ਹੁੰਦਾ। ਦੱਸਦਾ ਨਹੀਂ, ਜਣਾਉਂਦਾ ਨਹੀਂ ਹੈ ਕਿਸੇ ਨੂੰ, ਗੱਲ ਨਹੀਂ ਕਦੇ ਕਰਦਾ ਕਿ ਭਾਈ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗਿਆ ਰਹਿੰਦਾ, ਤੁਸੀਂ ਵੀ ਲੱਗ ਜਾ ਕਰੋ ਮੇਰੇ ਨਾਲ, ਜਾਂ ਮੇਰੇ ਸਿਰ 'ਚ ਜ਼ਖਮ ਹੋ ਗਿਆ ਥੋੜ੍ਹੇ ਦਿਨ ਤੁਸੀਂ ਨਿਭਾ ਦਿਓ ਨਾ। ਜਣਾਉਂਦਾ ਨਹੀਂ ਹੈ ਕਿਸੇ ਨੂੰ ਆਪਣੀ ਸੇਵਾ ਬਾਰੇ। ਤੂਸ਼ਨ ਧਾਰੇ ਸੇਵ ਕਮਾਈ, ਬਸ ਚੁੱਪਚਾਪ ਆਪਣੀ ਸੇਵਾ ਕਰਦਾ ਰਹਿੰਦਾ ਹੈ। ਖਾਨ ਪਾਨ ਕੋ ਸਾਧ ਨ ਲੀਨਾ, ਫਿਰ ਪ੍ਰਸ਼ਾਦਾ ਛਕਦਾ ਪਰ ਵਹਿੰਦਾ ਨਹੀਂ ਹੈ। ਕਿਆ ਬਣਿਆ, ਮਿਰਚਾਂ ਘੱਟ ਜ਼ਿਆਦਾ, ਲੂਣ ਤੜਕਾ ਨਾ। ਅੱਜ ਕੱਲ੍ਹ ਇੱਕ ਹੋਰ ਇਹ ਟਰੈਂਡ ਚੱਲਿਆ ਹੋਇਆ ਹੈ, ਸਾਰੀਆਂ ਥਾਵਾਂ 'ਤੇ ਲੰਗਰ ਬਣਾ ਕੇ ਪਹਿਲਾਂ ਰੱਖ ਲੈਣਗੇ ਛਕਣ ਵਾਲੇ, ਲਿਜਾਣ ਵਾਲੇ। ਕੋਈ ਨਹੀਂ, ਰੱਖ ਲਓ, ਆਪਾਂ ਨੂੰ ਕਿਹੜੇ ਕੋਈ ਰੋਕਣ ਵਾਲਾ ਹੈ। ਜਿਹੜਾ ਬੰਦਾ ਗੁਰੂ ਤੋਂ ਨਹੀਂ ਡਰਦਾ, ਰੱਬ ਤੋਂ ਨਹੀਂ ਡਰਦਾ, ਉਹਨੇ ਬੰਦੇ ਤੋਂ ਕੀ ਡਰਨਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਬੜਾ ਚੱਕਰ ਪਿਆ, ਆਖੇ ਜੀ ਰੱਬ ਦਾ ਧਿਆਨ, ਰੱਬ ਦਾ ਧਿਆਨ। ਕਿਹੜਾ ਰੱਬ ਦਾ ਧਿਆਨ ਹੈ? ਰੱਬ ਦੇਖਿਆ ਕਿਸੇ ਨੇ? ਕਿਵੇਂ ਧਿਆਨ ਧਰੋਗੇ ਉਹਦਾ? ਜਿਹੜੀ ਚੀਜ਼ ਆਪਾਂ ਦੇਖੀ ਨੂੰ ਉਹਦਾ ਧਿਆਨ ਕਿਵੇਂ ਧਰੋਗੇ? ਉਹ ਚੀਜ਼ ਜੋ ਆਪਾਂ ਨੇ ਦੇਖੀ ਉਹ ਆਪਣੇ ਧਿਆਨ 'ਚ ਆਊਗੀ, ਪਰ ਦੇਖੀ ਨਹੀਂ ਕਿਵੇਂ ਆਊਗੀ? ਰੱਬ ਦਾ ਧਿਆਨ ਇਹੀ ਹੈ ਵੀ ਰੱਬ ਸਾਨੂੰ ਵੇਖ ਰਿਹਾ ਹੈ। ਬਾ ਕਹਿਣਾ ਹੀ ਹੈ ਵੀ ਗੁਰੂ ਮੇਰਾ ਸੰਗ ਸਦਾ ਹੈ ਨਾਲੇ। ਜਦੋਂ ਮੈਂ ਚੋਰੀ ਕਰਦਾ ਫਿਰ ਨਹੀਂ ਗੁਰੂ ਵਹਿੰਦਾ, ਫਿਰ ਗੁਰੂ ਅੱਖਾਂ ਬੰਦ ਕਰ ਲੈਂਦਾ। ਮੈਂ ਚੋਰੀ ਕਰਕੇ ਪਰਾਂ ਹੋ ਗਿਆ, ਗੁਰੂ ਨੇ ਅੱਖਾਂ ਖੋਲ੍ਹਦੀਆਂ ਵਹਿੰਦਾ। ਇੱਕ ਰਾਖਸ਼ ਦਾ ਉਧਾਰ ਕਰਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਤੇ ਪੁੱਛਿਆ ਭਾਈ ਵੀ ਆਹ ਜੋਨੀ ਕਿਵੇਂ ਮਿਲੀ? ਉਹ ਕਹਿੰਦਾ ਜੀ ਮੈਂ ਰਾਜੇ ਜਨਕ ਦਾ ਰਸੋਈਆ ਸੀ। ਇਹ ਰਾਜਾ ਜਨਕ 101 ਸਾਧੂ ਨੂੰ ਸਵੇਰੇ ਪ੍ਰਸ਼ਾਦਾ ਛਕਾਉਂਦਾ ਸੀ, ਤੇ ਇੱਕ ਦਿਨ ਮੈਨੂੰ ਲੱਗੀ ਭੁੱਖ ਕਿ ਮੈਂ ਸਾਧੂਆਂ ਤੋਂ, ਸੰਗਤ ਤੋਂ ਪਹਿਲਾਂ ਛਕ ਗਿਆ। ਰਾਜੇ ਨੇ ਸ਼ਰਾਪ ਦੇਤਾ, ਕਹਿੰਦਾ ਤੂੰ ਰਾਖਸ਼ਾਂ ਵਾਲਾ ਕੰਮ ਕਰਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਤੋਂ ਪਹਿਲਾਂ ਲੁਕੋ ਕੇ ਰੱਖਣਾ, ਛਕਣਾ ਰਾਖਸ਼ਾਂ ਦਾ ਹੀ ਕੰਮ ਹੈ ਇਹ, ਹੋਰ ਕੋਈ ਬੰਦਿਆਂ ਦਾ ਕੰਮ ਥੋੜ੍ਹੀ, ਸਿੱਖਾਂ ਦਾ ਕੰਮ ਥੋੜ੍ਹੀ ਹੈ ਇਹ ਨਾ। ਫਿਰ ਅਸੀਂ ਸੇਵਾ ਕਰਦੇ ਜੀ, ਚਾਹ ਅਸੀਂ ਨਹੀਂ ਪੀਂਦੇ, ਦੁੱਧ 'ਚ ਪੱਤੀ ਲਿਆ ਕੇ ਉਹ ਬਣੀ ਹੋਈ ਦਾ ਪਿੰਡ ਸਾਂਝੀ ਚਾਹ ਨਹੀਂ ਪੀਣੀ, ਲੰਗਰ ਵਾਲੀ ਨਹੀਂ ਪੀਣੀ ਹੈ, ਨਾ 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 ਨਾ, ਦੁੱਧ 'ਚ ਪੱਤੀ। ਅਸੀਂ ਸੇਵਾ ਕਰਦੇ। ਭਲੇ ਉਹ ਇਹ ਸੇਵਾ ਕ ਵਪਾਰ ਹੈ, ਆਪਣੇ ਸਿਰ 'ਤੇ ਤਾਂ ਬੋਝ ਚੜੀ ਜਾ ਰਿਹਾ ਉਲਟਾ। ਛੱਡ ਦਿਓ ਇਹ ਕੰਮ। ਕਦੇ ਨਹੀਂ ਵੇਖਦਾ ਸਵਾਦ ਵੀ ਕੀ ਮਿਲਿਆ ਕਿ ਨਹੀਂ। ਪ੍ਰਸ਼ਾਦਾ ਹੱਥ 'ਤੇ ਲੈ ਕੇ ਛਕ ਲੈਣਾ ਵਾਹਿਗੁਰੂ ਕਹਿ ਕੇ। ਇਹ ਨਹੀਂ ਕਹਿੰਦਾ ਮੈਂ ਸਾਰੀ ਦਿਹਾੜੀ ਮਰਦਾ ਤੇ ਮੈਂ ਤਾਂ ਫਿਰ ਘਿਓ ਪਾ ਕੇ ਦਿਓ ਜੀ, ਦੁੱਧ ਪਿਆਓ ਮੈਨੂੰ, ਇੰਨੀਆਂ ਮੱਝਾਂ ਰੱਖੀਆਂ ਨਾ। ਜੋ ਮਿਲ ਗਿਆ ਛਕ ਲੈਣਾ। ਨਿਸ ਦਿਨ ਪ੍ਰੇਮ ਸੇਵਕੋ ਪੀਨਾ, ਇਹ ਖੇਡ ਸਾਰੀ ਪ੍ਰੇਮ ਦੀ ਹੈ। ਇਹ ਗੱਲਾਂ ਪ੍ਰੇਮ ਦੀਆਂ ਹੁੰਦੀਆਂ, ਨੇਮ ਦੀਆਂ ਨਹੀਂ ਹੁੰਦੀਆਂ। ਪ੍ਰੇਮ ਦੀ ਪ੍ਰੇਮ ਕਰਕੇ ਸੇਵਾ 'ਚ ਭਿੱਜਿਆ ਹੋਇਆ। ਅਬ ਕਿਰਪਾਲ ਹੋਇ ਕਰੋ ਨਿਹਾਲ। ਮਾਤਾ ਨਾਨਕੀ ਜੀ ਕਹਿਣ ਲੱਗੀ ਲਾਲ ਜੀ ਕਰ ਦਿਓ ਹੁਣ ਨਿਹਾਲ, ਫਿਰ ਪਾ ਦਿਓ ਇਹਦੀ ਸੇਵਾ ਥਾਂ। ਜੋ ਬਾਛਤ ਸੋ ਦੇਹੋ ਵਿਸਾਲ, ਦੇ ਦਿਓ ਚਾਹੁੰਦਾ ਕੀ ਹੈ ਇਹ। ਮਾਤ ਨਾਨਕੀ ਤੇ ਸੁਨ ਬੈਨ, ਮਾਤਾ ਨਾਨਕੀ ਜੀ ਦੇ ਬਚਨ ਸੁਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਕਰੁਣਾ ਭਰੇ ਰਸੀਲੇ ਨੈਣ, ਜਿਨ੍ਹਾਂ ਦੇ ਨੇਤਰਾਂ ਵਿੱਚ ਹਰ ਵਕਤ ਕਰੁਣਾ ਰਸ ਛਾਇਆ ਰਹਿੰਦਾ। ਕਿਰਪਾ ਹੀ ਕਿਰਪਾ।
ਰਸ ਭਰੇ ਜਿਨ੍ਹਾਂ ਦੇ ਕਿਰਪਾ ਵਾਲੇ ਨੈਣ ਹਨ, ਨੇਤਰ ਹਨ। ਅਵਲੋਕਤ ਸੋ ਲੀਨ ਬੁਲਾਏ। ਗੁਰੂ ਪਾਤਸ਼ਾਹ ਜੀ ਨੇ ਵੇਖਿਆ ਤੇ ਬੁਲਾ ਲਿਆ। ਜਾਨੀ ਸੇਵ ਮਹਾ ਸਫਲਾਏ। ਜਾਣਦੇ ਨੇ ਸਤਿਗੁਰੂ ਜੀ ਕਿ ਭਾਈ ਦੀ ਸੇਵਾ ਸਫਲੀ ਹੋ ਗਈ ਹੈ, ਥਾਂ ਪੈ ਗਈ ਹੈ ਗੁਰੂ ਨਾਨਕ ਦੇ ਘਰ 'ਚ। ਪੂਰਵ ਯੁਗ ਮੈਂ ਜਿਉ ਤਪ ਘਾਲੈ। ਪਹਿਲੇ ਯੁਗਾਂ ਦੇ ਵਿੱਚ ਕੋਈ ਤਪ ਕਰਦਾ ਸੀ, ਅਨਕ ਭਾਤ ਸਹਿ ਕਸ਼ਟ ਬਿਸਾਲੈ। ਕਿੰਨੇ ਕਸ਼ਟ ਸਹਾਰਦੇ ਸਨ ਲੋਕੀ ਆਪਣੇ ਤਨ ਤੇ। ਹਿਮ ਰੁੱਤ ਮੈਂ ਵੱਡ ਜਲ ਤਹਿ ਪੈਠੇ। ਫਿਰ ਹਿਮ ਰੁੱਤ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਜਲ ਧਾਰਾ ਕਰਿਆ ਕਰਦੇ ਸਨ। ਗ੍ਰੀਖਮ ਪੰਚਾਂਗਨ ਵਿੱਚ ਬੈਠੇ। ਫਿਰ ਗ੍ਰੀਖ ਰੁੱਤ ਜੇਠ ਹਾੜ ਦੇ ਮਹੀਨੇ ਧੂਣੀਆਂ ਤਾਪਣੀਆਂ। ਫਲ ਕੋ ਖਾਏ ਸਥੰਡਲ ਜਾਈ। ਫਿਰ ਜਾ ਕੇ ਫਲ ਖਾ ਕੇ ਗੁਜ਼ਾਰਾ ਕਰਨਾ। ਪਦ ਊਰਦ ਕਰ ਨਿਜ ਲਟਕਾਈ। ਕੋਈ ਆਪਣੀਆਂ ਬਾਹਾਂ ਉੱਪਰ ਨੂੰ ਰੱਖਦਾ ਸੀ, ਕੋਈ ਪੈਰਾਂ ਦੇ ਨਾਲ ਥੱਲੇ ਨੂੰ ਲਟਕਦਾ। ਪੱਤਰ ਆਹਾਰੀ ਵਰਤ ਕੋ ਸਾਧੈ। ਫਿਰ ਪੱਤੇ ਖਾ ਕੇ ਗੁਜ਼ਾਰਾ ਕਰਨਾ, ਅੰਨ ਵੀ ਨਹੀਂ ਖਾਣਾ। ਬਨ ਮੈਂ ਬਸੈ ਇਕੰਤ ਅਰਾਧੈ। ਛੱਡ ਕੇ ਘਰ-ਬਾਰ ਜੰਗਲਾਂ 'ਚ ਰਹਿਣਾ, ਆਰਾਧਨ ਕਰਨਾ ਪ੍ਰਮਾਤਮਾ ਦਾ। ਪਦਮਾਸਨ ਕਰ ਜੋਗ ਕਰੰਤੇ। ਕੋਈ ਪਦਮ ਆਸਣ ਲਾ ਕੇ ਜੋਗੀ ਜੋਗ ਕਮਾਉਂਦਾ। ਕੇਤਕ ਗਿਨੀਐ ਤਪ ਜੋ ਤਪੰਤੇ। ਕਿੰਨੇ ਤਰੀਕੇ ਨੇ ਜਿਹਦੇ ਨਾਲ ਆਪਣੇ ਸਰੀਰ ਨੂੰ ਤਪਾਉਂਦੇ ਲੋਕੀ। ਤਪੀਅਨ ਕੇ ਤਪ ਦੇਖ ਬਿਸਾਲਾ। ਤਪੀਆਂ ਦਾ ਤਪ ਵੇਖ ਕੇ ਬ੍ਰਹਮਾਦਿਕ ਸੁਰ ਹੋਏ ਕਿਰਪਾਲਾ। ਕਹਿੰਦੇ ਉਹਨਾਂ ਦਾ ਆਸਣ ਹਿਲਾ ਲੈਂਦੇ ਸੀ ਦੇਵੀ ਦੇਵਤਿਆਂ ਦਾ। ਇਹੋ ਜਿਹੀ ਤਪੱਸਿਆ ਕਰਦੇ ਸਨ। ਆਨ ਦੇਤ ਮਨ ਬਾਛਤ ਤਾਹੀ। ਉਹ ਆ ਜਾਂਦੇ ਸਨ ਵੀ ਅੱਗੇ ਨਾ ਜਾ, ਕੀ ਚਾਹੀਦਾ ਤੂੰ ਮੈਨੂੰ ਦੱਸ, ਲੈ ਲੈ। ਅਪਰ ਸਰਬ ਸੁਖ ਕੇਵਲ ਨਾਹੀ। ਸਾਰੇ ਸੁੱਖ ਦਿੰਦੇ ਸਨ ਪਰ ਮੁਕਤੀ ਨਹੀਂ। ਮੁਕਤੀ ਨਹੀਂ ਸੀ ਕੋਈ ਦਿੰਦਾ, ਕਿਉਂਕਿ ਆ ਮੁਕਤ ਨਹੀਂ ਹਨ। ਸਾਰਾ ਕੁਝ ਲੈ ਲਓ ਕਹਿੰਦੇ, ਪਰ ਅਸੀਂ ਮੁਕਤ ਨਹੀਂ ਕਰ ਸਕਦੇ। ਸੋ ਤਪ ਦੁਸਤਰ ਹੈ ਕਲ ਕਾਲ। ਅੱਜ ਕੱਲ ਕੌਣ ਕਰ ਸਕਦਾ ਇਸ ਤਰ੍ਹਾਂ ਦਾ ਤਪ। ਹੋਤ ਨਹੀਂ ਹਠ ਕਰੇ ਵਿਸਾਲ। ਜਿੰਨਾ ਮਰਜੀ ਕੋਈ ਹੱਠ ਕਰੇ ਨਹੀਂ ਹੋਵੇਗਾ। ਕਸ਼ਟ ਸਹਿਨ ਕੀ ਸ਼ਕਤ ਨਾ ਰਹੀ। ਸਮਰੱਥਾ ਹੀ ਨਹੀਂ ਹੈ ਸਾਡੇ ਤਨ ਮਨ ਦੇ ਵਿੱਚ ਝੱਲਣ ਦੇ। ਮ੍ਰਿਤਕ ਹੋਏ ਜੇ ਖਾਵੇ ਨਹੀਂ। ਮਰ ਜੂਗਾ ਜੇ ਨਾ ਖਾਵੇ ਇਹ। ਕਿਮ ਕਾਨਨ ਮੈਂ ਹੋਵੇ ਬਾਸਾ। ਇਹ ਜੰਗਲ 'ਚ ਰਹਿ ਹੀ ਨਹੀਂ ਸਕਦਾ। ਬਿਨ ਕਾਨਨ ਕਿਉ ਹੈ ਤਪ ਰਾਸਾ। ਉੱਥੇ ਰਹੇ ਬਿਨਾਂ ਤਪੱਸਿਆ ਨਹੀਂ ਹੋ ਸਕਦੀ। ਜਾਂ ਤੈ ਸਤਿਗੁਰ ਰੀਤ ਚਲਾਈ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਤੇ ਤਰਸ ਕੀਤਾ, ਕਿਰਪਾ ਕੀਤੀ। ਸਤ ਸੰਗਤ ਸੇਵਨ ਅਧਿਕਾਈ। ਗੁਰੂ ਜੀ ਨੇ ਦੱਸਿਆ ਭਾਈ ਸਤ ਸੰਗਤ ਦੀ ਸੇਵਾ ਕਰ ਲਿਆ ਕਰੋ। ਇਹ ਸਭ ਤੋਂ ਵੱਡੀ ਹੈ, ਸਭ ਤੋਂ ਉੱਚੀ ਹੈ, ਸਭ ਤੋਂ ਮਹਾਨ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਦੀ ਸੇਵਾ ਇਹ ਕਰ ਲਿਆ ਕਰੋ। ਸੌਖਾ ਜਿਹਾ ਦੱਸਿਆ ਤਰੀਕਾ ਗੁਰੂ ਜੀ ਨੇ ਤਰਸ ਕਰਕੇ। ਦ੍ਰਿੜ ਹੈ ਕਰ ਜੋ ਘਾਲੈ ਘਾਲ। ਜਿਹੜੇ ਭਾਈ ਫਿਰ ਦ੍ਰਿੜ ਨਿਸ਼ਚਾ ਬਣਾ ਕੇ ਨਾ, ਮਨ ਬਣਾ ਕੇ ਘਾਲਣਾ ਘਾਲਦੇ ਨੇ। ਸੁਖ ਦਾ ਲੋਕ ਲਹੈ ਸੋ ਨਿਹਾਲ। ਉਹਨੂੰ ਦੋਵੇਂ ਲੋਕਾਂ ਦਾ ਸੁੱਖ ਮਿਲ ਜਾਂਦਾ ਤੇ ਨਾਲੇ ਫਿਰ ਨਿਹਾਲ ਹੋ ਜਾਂਦਾ ਹੈ। ਜਗਤ ਪਦਾਰਥ ਕੀ ਕਿਆ ਬਾਤ। ਸੰਸਾਰ ਦੇ ਪਦਾਰਥਾਂ ਦੀ ਕਿਹੜੀ ਗੱਲ ਹੈ। ਮੁਕਤ ਹੋਏ ਬੰਧਨ ਮਿਟ ਜਾਤ। ਸਾਰੇ ਬੰਧਨ ਕੱਟੇ ਜਾਂਦੇ ਹਨ। ਜੀਵ ਸਾਰੇ ਬੰਧਨਾਂ ਤੋਂ, ਜੰਮਣ ਮਰਨ ਦੇ ਦੁੱਖ ਤੋਂ ਮੁਕਤ ਹੋ ਜਾਂਦਾ ਹੈ। ਐਸੀ ਵਸਤ ਨਹੀਂ ਜਗ ਕੋਈ। ਇਹੋ ਜਿਹੀ ਕੋਈ ਵਸਤੂ ਨਹੀਂ ਹੈ ਸੰਸਾਰ ਦੇ ਵਿੱਚ। ਗੁਰ ਸੰਗਤ ਤੇ ਲਹਿਤ ਨ ਜੋਈ। ਜੋ ਗੁਰੂ ਦੀ ਸੰਗਤ ਦੀ ਸੇਵਾ ਕਰਕੇ ਨਹੀਂ ਲੈ ਸਕਦਾ। ਤਪ ਕਰ ਬੇ ਤੇ ਸੇਵ ਸੁਖਾਰੀ। ਤਪ ਕਰਨ ਨਾਲੋਂ ਸੇਵਾ ਸੌਖੀ ਹੈ। ਚਿਰੰਕਾਲੋ
ਤਾਪੈ ਭਾਰੀ। ਕਿੰਨੀ ਦੇਰ ਤੱਕ ਤਪ ਕਰਨਾ? ਸੇਵਨ ਅਲਪ ਦਿਨਨ ਕੋ ਜਾਨ। ਤੇ ਉਹ ਫਲ ਥੋੜੇ ਦਿਨਾਂ ਦੀ ਸੇਵਾ ਕਰਕੇ ਮਿਲ ਜਾਂਦਾ ਹੈ। ਫਲ ਪ੍ਰਾਪਤ ਹੋਏ ਮਹਿਦ ਮਹਾਨ। ਦੱਸ ਨਹੀਂ ਸਕਦੇ ਕਿੰਨਾ ਵੱਡਾ ਮਹਾਤਮ ਹੈ ਸੇਵਾ ਦਾ। ਤਪੈ ਬਰਖ ਇੱਕ ਦਿਨ ਕੀ ਸੇਵਾ। ਜੇ ਕੋਈ ਕਹਿੰਦੇ ਤਪ ਕਰੇ ਪੂਰਾ ਸਾਲ, ਐਂ ਗਰਮੀ ਹੋਵੇ ਪੂਰਾ ਸਾਲ ਜਿਵੇਂ ਜੇਠ ਹਾੜ ਦੇ ਮਹੀਨੇ ਹੁੰਦੀ, ਤੇ ਪੂਰਾ ਸਾਲ 12 ਮਹੀਨੇ ਤਪ ਕਰੇ, ਤੇ ਇੱਧਰ ਇੱਕ ਦਿਨ ਜੇਠ ਹਾੜ ਦੇ ਮਹੀਨੇ ਗੁਰੂ ਘਰ ਦੇ ਲੰਗਰ ਦੀ ਸੇਵਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸਾਲ ਤੇ ਇੱਕ ਦਿਨ। ਤਉ ਨ ਸਮ ਸੁਕੋਚੋ ਨਹਿ ਏਵਾ। ਗੁਰੂ ਜੀ ਕਹਿੰਦੇ ਇਹਨਾਂ ਸਮਝੋ ਵੀ ਤੁਹਾਨੂੰ ਅਸੀਂ ਪੂਰਾ ਫਲ ਦੱਸਤਾ, ਇਹ ਇਸ਼ਾਰੇ ਮਾਤਰ ਦੱਸਿਆ, ਫਲ ਕਿੰਨਾ ਇਹ ਨਹੀਂ ਦੱਸਿਆ ਜਾ ਸਕਦਾ। ਮੇਹ ਕੀ ਸੇਵਾ ਕੋ ਦੇਖ। ਭਾਈ ਮੇਹ ਦੀ ਸੇਵਾ ਦੇਖ ਕੇ ਗੁਰੂ ਪ੍ਰਸੰਨ ਭਏ ਸੋ ਵਿਸ਼ੇਖ। ਸਤਿਗੁਰੂ ਜੀ ਖੁਸ਼ ਹੋ ਗਏ। ਸਤਿਗੁਰੂ ਕੀ ਸੇਵਾ ਸਫਲ ਹੈ। ਅੱਗੇ ਕੰਡੀਸ਼ਨ ਰੱਖੀ ਹੋਈ ਹੈ ਵੀ ਜੇ ਕੋ ਕਰੇ ਚਿੱਤ ਲਾਏ, ਨਾਲ ਚਿੱਤ ਵੀ ਲਾਉਣਾ ਨਾ। ਤਨ ਨਾਲ ਸੇਵਾ ਕਰਦਾ, ਚਿੱਤ ਕਿਤੇ ਤੁਰਿਆ ਫਿਰਦਾ, ਚਿੱਤ ਵਿੱਚ ਕੋਈ ਹੋਰੇ ਚੱਲੀ ਜਾਂਦਾ ਨਹੀਂ। ਮਾਰ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜੋ ਚਾਹੀਦਾ ਕਹਿੰਦੇ ਉਹ ਹੀ ਮਿਲ ਜੂਗਾ, ਤੇ ਨਾਲੇ ਹਉਮੈ ਵੀ ਚਲੀ ਜਾਊਗੀ। ਸੇਵਾ ਤੋਂ ਬਿਨਾਂ ਹਉਮੈ ਜਾਂਦੀ ਨਹੀਂ ਹੈ, ਤੇ ਹਉਮੈ ਦਾ ਕੋਈ ਦੂਸਰਾ ਇਲਾਜ ਵੀ ਨਹੀਂ ਹੈ ਕਿ ਹੋਰ ਤਰੀਕੇ ਨਾਲ ਜਾਊ। ਸੋ ਭਾਈ ਇਤਨਾ ਮਹਾਤਮ ਹੈ। ਨਿਕਟ ਬਿਠਾਏ ਕਹਿਓ ਭਗਵੰਤਾ। ਸਤਿਗੁਰਾਂ ਜੀ ਨੇ ਕੋਲ ਬਿਠਾ ਕੇ ਕਿਹਾ ਮੇਹਨੋ ਅਬ ਸੰਤਨ ਕੋ ਬਨੋ ਮਹੰਤਾ। ਕਹਿੰਦੇ ਲੈ ਭਾਈ ਤੈਨੂੰ ਸੰਤਾਂ ਦਾ ਮਹੰਤ ਬਣਾ ਦਈਏ। ਪਹਿਲਾਂ ਤਾਂ ਸੰਤ ਬਣਨਾ ਹੀ ਔਖਾ ਨਾ, ਤੇ ਫਿਰ ਸੰਤਾਂ ਦਾ ਮਹੰਤ ਉਹ ਕਿਵੇਂ ਬਣੂਗਾ? ਸੰਤ ਕਿਵੇਂ ਬਣਦਾ ਹੈ? ਸੰਤ ਬਾਬਾ ਈਸਰ ਸਿੰਘ ਜੀ ਰਾੜੇ ਵਾਲਿਆਂ ਦੇ ਜੀਵਨ ਦੀ ਸਾਖੀ ਹੈ। ਕੋਈ ਆਇਆ, ਹਾਂ ਭਾਈ ਕਿਵੇਂ? ਕਹਿੰਦਾ ਜੀ ਮੈਂ ਸੰਤ ਬਣਨਾ। ਉਹ ਕਹਿੰਦੇ ਭਾਈ ਅਸਲੀ ਕਿ ਨਕਲੀ? ਉਹ ਕਹਿੰਦਾ ਜੀ ਸੰਤ ਵੀ ਅਸਲੀ ਨਕਲੀ ਹੁੰਦਾ ਹੈ। ਕਹਿੰਦੇ ਹਾਂ ਭਾਈ ਦੋ ਹੁੰਦੇ ਨੇ, ਅਸਲੀ ਵੀ ਨਕਲੀ ਵੀ। ਨਕਲ ਤਾਂ ਹੈ ਹੀ ਹੈ ਨਾ, ਨਕਲ ਤਾਂ ਜ਼ਿਆਦਾ ਹੁੰਦੀ ਹੈ, ਅਸਲੀ ਤਾਂ ਘੱਟ ਹੀ ਹੁੰਦਾ ਕੰਮ। ਕਹਿੰਦਾ ਯਾਰ ਮੈਨੂੰ ਇਸ ਗੱਲ ਦਾ ਪਤਾ ਨਹੀਂ, ਸਮਝਾ ਦਿਓ। ਕਹਿੰਦੇ ਵੀ ਜੇ ਤਾਂ ਬਣਨਾ ਨਕਲੀ, ਮੇਰੇ ਕੋਲ ਚੋਲੇ ਪਏ ਐ, ਕਛਹਿਰੇ ਪਏ ਐ, ਚਿੱਟੀਆਂ ਜੁੱਤੀਆਂ, ਮਾਲਾ, ਚਿੱਟੀ ਪੱਗ, ਚੁੰਨੀਆਂ ਨੂੰ ਗੋਟਾ ਲੱਗਿਆ ਹੋਇਆ, ਇੱਕ ਚੇਲਾ ਦੇ ਦੇਣਾ ਤੈਨੂੰ, ਕਹਿੰਦੇ ਹੁਣੇ ਬਣਾ ਦੇਣੇ ਇੱਥੇ ਬੈਠੇ ਨੂੰ ਸੰਤ, ਬਹਿ ਜਾ ਮੇਰੇ ਬਰਾਬਰ, ਮੱਥਾ ਟੇਕੀ ਜਾਊਗਾ ਹੁਣੇ ਹੀ। ਕਹਿੰਦਾ ਜੀ ਫਿਰ ਦੂਸਰਾ, ਉਹ ਕਹਿੰਦੇ ਫਿਰ ਭਾਈ ਰਗੜਾਈ ਹੋਊਗੀ। ਹੁਣ ਰਗੜਾਈ ਉਦੋਂ ਤੱਕ ਹੋਈ ਜਾਣੀ ਹੈ ਜਦੋਂ ਤੱਕ ਚਮਕ ਨਹੀਂ ਆਉਂਦੀ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਗੜਾਈ ਕਦੋਂ ਤੱਕ ਆਉਂਦੀ? ਜਦੋਂ ਚਮਕ ਨਹੀਂ ਆਉਂਦੀ। ਫਿਰ ਰਗੜਾਈ ਤਾਂ ਆਉਂਦੀ ਹੋਊਗੀ ਜਦੋਂ ਤੱਕ ਉਹ ਖੁਸ਼ ਨਹੀਂ ਹੁੰਦਾ। ਜਿਹਨੇ ਤੈਨੂੰ ਸੰਤ ਬਣਾਉਣਾ ਉਹ ਖੁਸ਼ ਹੋ ਕੇ ਤੈਨੂੰ ਸੰਤ ਬਣਾਊਗਾ ਰੱਬ, ਉਹ ਰਗੜਾਈ ਹੈ। ਤਾਂ ਸੰਤ ਕਿਵੇਂ ਬਣਦਾ? ਮੁਰਖ ਗੁਰਮੁਖੋ ਪੂਰਨ ਕਿਵੇਂ ਹੁੰਦਾ ਹੈ? ਪਰ ਸੰਤਾਂ ਦਾ ਮਹੰਤ ਬਣਾਉਣਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੈਨੂੰ ਸੰਤਾਂ ਦਾ ਮਹੰਤ ਬਣਾਈਏ। ਕੁਛ ਕੁ ਕਾਮਨਾ ਚਹਿ ਵਡਿਆਈ। ਜੇ ਤੇਰੇ ਅੰਦਰ ਕੋਈ ਕਾਮਨਾ ਹੈ, ਵਡਿਆਈ ਚਾਹੁੰਦਾ ਤੂੰ, ਜਾਂ ਤੇ ਲਿਹੋ ਮਹੰਤੀ ਪਾਈ। ਇਸ ਲਈ ਤੈਨੂੰ ਮਹੰਤ ਬਣਾਉਨੇ ਉਹਦੇ ਕਰਕੇ। ਸਿਰ ਕੇ ਕਿਰਮ ਬਨੈ ਸਿੱਖ ਤੇਰੇ। ਸਤਿਗੁਰੂ ਜੀ ਕਹਿੰਦੇ ਭਲਾ ਕਰਨਾ ਚਾਹੁੰਦਾ ਕੀੜਿਆਂ ਦਾ। ਕਹਿੰਦਾ ਮਹਾਰਾਜ ਚਾਹੁੰਦਾ ਤਾਂ ਹੈਗਾ ਵੀ ਚੱਲ ਇਹਨਾਂ ਦਾ ਵੀ ਭਲਾ ਹੋ ਜੇ। ਸਾਹਿਬ ਜੀ ਕਹਿੰਦੇ ਹੋ ਗਿਆ। ਲੈ ਹੁਣ ਇਹਨਾਂ ਨੇ ਤੇਰਾ ਮਾਸ ਖਾਧਾ, ਤੇਰੇ ਸਿਰ ਨੂੰ ਕੱਟਿਆ, ਹੁਣ ਇਹੀ ਚੇਲੇ ਬਣ ਕੇ ਤੇਰੀ ਸੇਵਾ ਕਰਿਆ ਕਰਨਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇਰੇ ਕਹਿੰਦੇ ਚੇਲੇ ਬਣਾ ਦੇ, ਤੇਰੇ ਸਿੱਖ ਬਣਾ ਦਾਂਗੇ। ਹੁਣ ਇਹ ਤੇਰੀ ਸੇਵਾ ਕਰਕੇ ਇਹਨਾਂ ਦਾ ਭਲਾ ਹੋ ਜੂ। ਲੈ ਭਾਈ ਸੰਤਾਂ ਦਾ ਮਹੰਤ
ਇਹ ਤੇਰੇ ਬਣਾ ਤੇ ਚੇਲੇ ਤੇਰੇ ਕੀੜੇ ਕਰਤਾ ਭਲਾ। ਤੂੰ ਇਨ ਚਾਹਤ ਸ਼੍ਰੇ ਕਨੇਰੇ। ਤੂੰ ਚਾਹੁੰਦਾ ਸੀ ਨਾ ਵੀ ਇਹਨਾਂ ਦਾ ਭਲਾ ਹੋ ਜਵੇ। ਸੇਵਾ ਕੋ ਫਲ ਲਿਹੋ ਮਹਾਨ। ਲੈ ਭਾਈ ਲੈ ਸੇਵਾ ਦਾ ਮਹਾਨ ਫਲ ਲੈ ਲੈ। ਉਪਜੈ ਉਰਮੈ ਬ੍ਰਹਮ ਗਿਆਨ। ਗੁਰੂ ਜੀ ਕਹਿੰਦੇ ਭਾਈ ਹੁਣ ਤੈਨੂੰ ਬ੍ਰਹਮ ਗਿਆਨ ਹੋ ਜਾਊਗਾ। ਬ੍ਰਹਮ ਗਿਆਨ ਹੋਣਾ, ਪੂਰਨ ਹੋਣਾ, ਬ੍ਰਹਮ ਗਿਆਨ ਪੈਦਾ ਹੋਵੇਗਾ। ਸੇਵਾ ਥਾਂ ਹੀ ਪੈਗੀ ਤੇ ਜੋ ਤੂੰ ਚਾਹੁੰਦਾ ਹੈ, ਮਾਨ ਸਤਿਕਾਰ ਚਾਹੁੰਦਾ ਉਹ ਵੀ ਮਿਲੂਗਾ। ਚੇਲੇ ਚਵਟੇ ਹੋਣਗੇ, ਇਹਨਾਂ ਦਾ ਭਲਾ ਚਾਹੁੰਦਾ ਹੈ ਉਹ ਵੀ ਹੋ ਜਾਊ। ਹੁਣ ਦੇਖੋ ਉਹਨੇ ਸਿਰਫ ਚਾਹਿਆ ਨਾ ਵੀ ਭਲਾ ਹੋ ਜਾਏ, ਭਲਾ ਕਰਨ ਦੀ ਸਮਰੱਥਾ ਤਾਂ ਹੈ ਨਹੀਂ ਉਹਦੇ ਵਿੱਚ, ਪਰ ਉਹਨੇ ਚਾਹਿਆ ਹੈ ਤੇ ਚਾਹਣ ਦੇ ਨਾਲ ਹੀ ਉਹਨਾਂ ਦਾ ਭਲਾ ਹੋ ਗਿਆ। ਭਲਾ ਚਾਹਣਾ ਕੋਈ ਮਾੜੀ ਗੱਲ ਥੋੜੀ ਹੈ ਬਈ, ਕਿਸੇ ਦਾ ਵੀ ਭਲਾ ਚਾਹਣਾ। ਕਰਨਾ ਤਾਂ ਗੁਰੂ ਨੇ, ਕਰਨਾ ਤਾਂ ਪ੍ਰਮਾਤਮਾ ਨੇ, ਆਪਾਂ ਸੋਚਣਾ। ਬ੍ਰਹਮ ਗਿਆਨ ਹੋਵੇਗਾ ਤੈਨੂੰ। ਇਮ ਕੈ ਦਇਆ ਦ੍ਰਿਸ਼ਟ ਕੋ ਦੇਖਾ। ਬਸ ਬਚਨ ਕੀਤੇ ਤੇ ਨਾਲ ਦਇਆ ਦ੍ਰਿਸ਼ਟੀ ਦੇ ਨਾਲ ਵੇਖਿਆ। ਤਤ ਛਿਨ ਹਿਰਦੈ ਪ੍ਰਕਾਸ਼ ਵਿਸ਼ੇਖਾ। ਦੇਰ ਥੋੜੀ ਲੱਗਦੀ ਉੱਥੇ, ਦੇਰ ਤਾਂ ਲੱਗਦੀ ਨਹੀਂ। ਬਲਿਹਾਰੀ ਗੁਰੇ ਆਪਣਾ ਦਿਹਾੜੀ ਸਦਵਾਰ, ਜਿਨ ਮਾਨ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ। ਗੁਰਪੂਰਾ ਭੇਟਿਓ ਵਡਭਾਗੀ ਮਨੈ ਭਿਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਗੱਲ ਕਰਨ ਨੂੰ ਦੇਰ ਲੱਗਦੀ, ਉੱਥੇ ਥੋੜੀ ਦੇਰ ਲੱਗਦੀ ਹੈ। ਨਾਲ ਦੀ ਨਾਲ ਹੋ ਗਿਆ ਚਾਨਣ। ਭਾਪ ਪੀਲ ਕਾ ਤੇ ਬੜ ਸ਼ੇਰ। ਕਹਿਣ ਲੱਗੇ ਜਿਵੇਂ ਕੀੜੀ ਤੋਂ ਕੋਈ ਸ਼ੇਰ ਬਣ ਗਿਆ ਹੋਵੇ। ਰਜ ਕਨ ਕਾ ਤੇ ਬਨਗਾ ਮੇਰ। ਜਿਵੇਂ ਇੱਕ ਕਣ ਤੋਂ ਸਮੇਰ ਬਣਾਤਾ ਹੋਵੇ। ਹਾਥ ਜੋਰ ਪੁਨ ਬੰਧਨ ਕੀਨਸ। ਇੱਕ ਪਾਣੀ ਦੀ ਬੂੰਦ ਤੋਂ ਸਮੁੰਦਰ ਕਰ ਦਿਆ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨਾ ਮਹਾਨ ਕਰਤਾ। ਬਖਸ਼ਿਸ਼ ਲੈ ਕੇ ਸਤਿਗੁਰਾਂ ਜੀ ਦੀ। ਮਹਾ ਅਮਿਤ ਗੁਰ ਮਹਿਮਾ ਚੀਨਸ। ਅਮਿਤ ਵਡਿਆਈ ਹੈ ਸਤਿਗੁਰਾਂ ਜੀ ਦੀ, ਕੋਈ ਕਹਿ ਨਹੀਂ ਸਕਦਾ ਕਿੰਨੀ ਮਹਾਨ ਹੈ। ਦਖਣੀ ਬੈਲ ਹੁਤੋ ਗੁਰ ਡੇਰੇ। ਸਤਿਗੁਰਾਂ ਜੀ ਦੇ ਡੇਰੇ ਦੇ ਵਿੱਚ ਇੱਕ ਬੈਲ ਸੀ, ਦੱਖਣੀ ਦੱਖਣ ਦਿਸ਼ਾ ਦਾ। ਉਹ ਬਲਦ ਸੀ ਸਤਿਗੁਰਾਂ ਜੀ ਦੇ ਕੋਲ। ਸੁੰਦਰ ਤਨ ਪਰਮਾਨ ਬਡੇਰੇ। ਇਹ ਜੋੜਿਆ ਨਹੀਂ ਸੀ ਜਾਂਦਾ ਕਿਤੇ, ਐਂ ਹੀ ਰੱਖਿਆ ਸੀ ਖੁੱਲਾ। ਬੜਾ ਸੋਹਣਾ ਦਰਸ਼ਨੀ। ਮੇਹ ਕੋਸੋ ਬਖਸ਼ਿਸ਼ ਕੀਨ। ਗੁਰੂ ਜੀ ਕਹਿੰਦੇ ਲੈ ਵੀ ਮੇਹ, ਅਸਵਾਰੀ ਵੀ ਨਹੀਂ ਚਾਹੀਦੀ ਹੈ ਨਾ ਤੈਨੂੰ, ਆ ਲੈ ਲੈ ਭਾਈ। ਇਹ ਬਲਦ ਸਤਿਗੁਰਾਂ ਜੀ ਨੇ ਬਖਸ਼ਿਆ ਭਾਈ ਮੇਹ ਨੂੰ। ਦੀਰਘ ਏਕ ਦਮਾਮੋ ਦੀਨ। ਇੱਕ ਫਿਰ ਗੁਰੂ ਜੀ ਨੇ ਨਾਲ ਬਖਸ਼ਿਆ ਦਮਾਮਾ ਨਗਾਰਾ। ਇੱਕ ਚੰਡਾ ਭਗਵੋ ਬਨਵਾਇਓ। ਤੇ ਇੱਕ ਨਿਸ਼ਾਨ ਬਣਾਇਆ ਸਤਿਗੁਰਾਂ ਜੀ ਨੇ। ਮੇਹਾ ਪਾਪ ਮਹੰਤ ਹਰਖਾਇਓ। ਇਹ ਸਤਿਗੁਰਾਂ ਜੀ ਨੇ ਆਪਣੀਆਂ ਨਿਸ਼ਾਨੀਆਂ ਦਿੱਤੀਆਂ ਤੇ ਮੇਹੇ ਨੂੰ ਮਹੰਤ ਬਣਾਇਆ, ਪ੍ਰਚਾਰਕ ਬਣਾਇਆ ਗੁਰਮਤ ਦਾ। ਹਤੇ ਕਸ਼ਟ ਲੈ ਦਾਨ ਮਹਾਨਾ। ਸਤਿਗੁਰਾਂ ਜੀ ਨੇ ਸਾਰੇ ਦੁੱਖ ਕੱਟ ਦਿੱਤੇ ਤੇ ਮਹਾਨ ਦਾਨ ਬਖਸ਼ ਦਿੱਤਾ। ਸਤਿਗੁਰ ਪਾਰ ਬ੍ਰਹਮ ਕਰ ਜਾਣਾ। ਹੁਣ ਪਤਾ ਲੱਗਿਆ ਵੀ ਪਰਮੇਸ਼ਰ ਕਿਹਨੂੰ ਕਹਿੰਦੇ ਨੇ, ਪਰਮੇਸ਼ਰ ਕਿੱਥੇ ਰਹਿੰਦਾ। ਉਹ ਭਲਿਓ ਗੁਰ ਪਰਮੇਸ਼ਰ ਏਕੋ ਜਾਣ। ਸਿੱਖ ਦੀ ਸਾਧਨਾ ਕੀ ਹੈ? ਗੁਰੂ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੋਣੇ। ਦਰਸ਼ਨ ਹੋ ਗਏ ਗੁਰੂ ਦੇ ਵਿੱਚੋਂ ਪਰਮਾਤਮਾ ਦੇ। ਵਿਚਰਤ ਭਇਓ ਮਹਾਮਤ ਧੀਰ। ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ। ਇੱਕ ਗੁਰੂ ਪਾਤਸ਼ਾਹ ਜੀ ਨੇ ਜੋੜਾ ਬਖਸ਼ਿਆ ਇਹਨੂੰ, ਦੱਖਣੀ ਬੈਲ, ਨਗਾਰਾ ਤੇ ਨਿਸ਼ਾਨ। ਫਿਰ ਇਹ ਪ੍ਰਚਾਰ ਕਰਨ ਲੱਗਿਆ ਸਿੱਖੀ ਦਾ। ਪ੍ਰਥਮ ਕਰਿਓ ਚੇਲਾ ਲਖਮੀਰ। ਇਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਇਹਨੂੰ ਬਖਸ਼ਿਆ ਤੇ ਗਿਆ ਹਰਿਆਣੇ ਦੇ ਵਿੱਚ ਪ੍ਰਚਾਰ ਕਰਨ। ਗੁਰੂ ਪਾਦਕਾ ਕਰੀ ਪੁਜਾਵਨ। ਹੁਣ ਜਿੱਥੇ ਜਾਂਦਾ ਸੀ ਆਪ ਨਹੀਂ ਸੀ ਮੱਥਾ ਟਿਕਾਉਂਦਾ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੜਾਵਾਂ ਰੱਖਣੀਆਂ, ਮੱਥਾ ਖੜਾਵਾਂ ਨੂੰ ਟਿਕਦਾ ਸੀ ਤੇ ਪ੍ਰਚਾਰ ਇਹ ਕਰਦਾ ਸੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅੱਗੇ ਹੈ, ਉਹ ਚਰਨਾਂ ਦੀਆਂ ਖੜਾਵਾਂ ਰੱਖ ਕੇ ਮੱਥਾ ਟਿਕਾਉਣਾ ਅੱਗੇ। ਗੁਰ ਮਹਿਮਾ ਬੜ ਕੀਨ ਜਨਾਵਨ। ਫਿਰ ਦੱਸਿਆ ਕਰਦਾ ਵੀ ਸਮਝੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ
ਮੈਨੂੰ ਕੀ ਬਣਾਤਾ ਉਹਨਾਂ ਨੇ। ਇਸ ਪ੍ਰਕਾਰ ਕਰ ਕੈ ਗੁਰ ਸੇਵਾ, ਇਸ ਤਰ੍ਹਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ। ਪਾ ਮਹੰਤ ਮੇ ਮਾ ਗੁਰ ਸੁਖ ਲੇਵਾ, ਗੁਰੂ ਦੀ ਮਹਿਮਾ ਕਰਕੇ ਸੁਖ ਲਿਆ ਤੇ ਸੁਖ ਦਿੱਤਾ। ਆਪ ਜਪੋ ਅਵਰੈ ਨਾਮ ਜਪਾਵੋ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਉਹ ਵਡਿਆਈ ਬਖਸ਼ੀ ਗੁਰੂ ਜੀ ਨੇ। ਦੋਨੋਂ ਲੋਕਨ ਕੀ ਵਡਿਆਈ, ਦੋਵੇਂ ਲੋਕਾਂ ਦੀ ਵਡਿਆਈ ਸਤਿਗੁਰਾਂ ਜੀ ਨੇ। ਗੁਰ ਸੇਵਾ ਤੇ ਤਤ ਛਿਨ ਪਾਈ, ਨਾਲ ਦੀ ਨਾਲ ਮਿਲ ਗਈ। ਲੋਕ ਵੀ ਸੁਖੀਆ ਪਰਲੋਕ ਵੀ ਸੁਖੀਆ ਹੋ ਗਿਆ। ਇਮਤਿਸ ਗ੍ਰਾਮ ਬਾਸ ਕੋ ਕਰਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿ ਰਹੇ ਨੇ ਧਮਧਾਨ ਸਾਹਿਬ ਦੇ ਵਿੱਚ। ਅਨਕ ਪ੍ਰਕਾਰਨ ਵਿਚਰਨ ਚਰਿਤੇ, ਇਹਨੂੰ ਕੇਂਦਰ ਬਣਾ ਕੇ ਸਤਿਗੁਰੂ ਜੀ ਆਲੇ ਦੁਆਲੇ ਪ੍ਰਚਾਰ ਕਰਨ ਜਾਂਦੇ ਹਨ। ਕਰੈ ਅਖੇਰ ਆਏ ਨਿਸ ਡੇਰੇ, ਸ਼ਿਕਾਰ ਖੇਡਣ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੇ ਫਿਰ ਵਾਪਸ ਆ ਜਾਂਦੇ। ਸੰਗਤ ਦਰਸੈ ਪਹੁੰਚ ਕਨੇਰੇ, ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਗੁਰੂ ਜੀ ਆ ਗਏ, ਸੰਗਤਾਂ ਦਰਸ਼ਨ ਕਰਨ ਲਈ ਪਹੁੰਚ ਜਾਂਦੀਆਂ। ਦਰਬ ਵਿਸਾਲ ਸੰਗਤਾਂ ਆਨੈ, ਬੜੀ ਭੇਟਾ ਦਸਵੰਧ ਆਉਂਦਾ ਸੰਗਤਾਂ ਵੱਲੋਂ। ਸਤਿਗੁਰ ਦੇਗ ਕਰਾਏ ਮਹਾਨੈ, ਗੁਰੂ ਜੀ ਸਾਰੀ ਸੰਗਤ ਦੇ ਵਿੱਚ ਵਰਤੀ ਜਾਂਦੇ, ਲੰਗਰ ਚੱਲਦਾ ਰਹਿੰਦਾ ਹੈ। ਤਉ ਦਰਬ ਇਕਠੋ ਬਹੁ ਹੋਏ, ਪਰ ਖਰਚ ਕਰਨ ਦੇ ਬਾਵਜੂਦ ਵੀ ਮਾਇਆ ਵਾਧੂ ਹੋ ਗਈ। ਜਬ ਸਤਿਗੁਰ ਅਵਲੋਕਤ ਸੋਏ, ਜਦੋਂ ਗੁਰੂ ਜੀ ਦੇਖਦੇ ਨੇ ਮਾਇਆ ਇਕੱਠੀ ਹੋਈ ਨੋ, ਪਰ ਉਪਕਾਰ ਹੇਤ ਸੋ ਦੇਤ, ਪਰ ਉਪਕਾਰ ਭਲੇ ਦੀ ਖਾਤਰ ਦੇ ਦਿੰਦੇ ਹਨ। ਕੂਪ ਕਹੋ ਕਿਤ ਬਾਗ ਲਗੇਤ, ਕਿਤੇ ਗੁਰੂ ਜੀ ਕਹਿੰਦੇ ਖੂਹ ਲਾ ਦਿਓ ਲੋੜ ਦੇ ਮੁਤਾਬਕ, ਕਿਤੇ ਭਾਈ ਬਾਗ ਲਵਾ ਦਿਓ। ਨਹਿ ਸਮੀਪ ਰਾਖੈ ਗੋਸਾਈ, ਸਤਿਗੁਰੂ ਜੀ ਮਾਇਆ ਨੂੰ ਇਕੱਠੀ ਕਰਕੇ ਆਪਣੇ ਕੋਲ ਨਹੀਂ ਰੱਖਦੇ। ਜਿਉ ਆਵਤ ਤਿਉ ਦੇਤ ਚਲਾਈ, ਜਿਵੇਂ ਆਉਂਦੀ ਹੈ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਖਰਚੀ ਜਾਂਦੇ ਹਨ। ਇਸ ਤੋਂ ਅਗਲਾ ਪ੍ਰਕਰਨ ਅਗਲੀ ਕਥਾ ਵਿੱਚ ਸਰਵਣ ਕਰਾਂਗੇ। 5 ਮਿੰਟ ਆਪ ਜੀ ਦੇ ਲਵਾਂਗੇ। ਅੱਜ ਭਗਤ ਨਾਮਦੇਵ ਜੀ ਦਾ ਪਾਵਨ ਜਨਮ ਦਿਹਾੜਾ ਹੈ। 1270 ਨਰਸੀ ਸਟੇਟ ਮਹਾਰਾਸ਼ਟਰ। ਤੇ ਪਿਤਾ ਦਾਮ ਸੇਠ ਜੀ, ਮਾਤਾ ਗੋਨਾ ਬਾਈ ਜੀ। ਬਚਪਨ ਤੋਂ ਹੀ ਲਗਨ ਸੀ ਪਰਮਾਤਮਾ ਦੀ। ਬੀਠਲ ਦਾ ਜਾਪ ਕਰਿਆ ਕਰਦੇ ਸਨ। ਬੀਠਲ ਸਾਰਿਆਂ 'ਚ ਬੈਠਿਆ ਪਰਮਾਤਮਾ, ਸਰਬ ਵਿਆਪਕ ਜਾਣਦੇ ਸਨ। हर का भगत प्रगट नहीं छपै, जिस नीच को कोई ना जानै, नाम जप तो चौंकुट मानै। वाहिगुरु अपने प्यारिਆਂ ਨੂੰ प्रगट करता है। ਤੇ ਇਸ ਤਰ੍ਹਾਂ ਭਗਤ ਨਾਮਦੇਵ ਜੀ ਪ੍ਰਗਟ ਹੋ ਗਏ। ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਦੀ ਸੰਗਤ ਕਰਨ ਵਾਸਤੇ ਆਇਆ ਕਰਦੇ ਸਨ। ਤੇ ਭਗਤ ਤਰਲੋਚਨ ਜੀ ਨੇ ਰੱਬ ਦੇ ਕੌਤਕ ਸੁਣਾਉਣੇ। ਰੱਬ ਦੇ ਕੌਤਕ ਕੀ ਨੇ? ਕੋਈ ਰੱਬ ਦਾ ਕੋਈ ਵਿਸ਼ੇਸ਼ ਕੌਤਕ ਨਹੀਂ ਹੈ। ਕਾਇਨਾਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਨਾ, ਜੋ ਕੁਝ ਵੀ ਹੋ ਰਿਹਾ, ਜਦੋਂ ਉਹਨੂੰ ਪਰਮਾਤਮਾ ਦੇ ਨਾਲ ਜੋੜ ਕੇ ਵੇਖੋਗੇ, ਹਰ ਇੱਕ ਕੌਤਕ ਹੀ ਨਜ਼ਰ ਆਊਗਾ। ਗੱਜ ਕੇ ਆਖੋ ਸਤਿਨਾਮ ਹੈ ਸ੍ਰੀ ਵਾਹਿਗੁਰੂ। ਸਭ ਕੁਝ ਵਿਸ਼ਮਾਦ ਨਾਦ, ਵਿਸ਼ਮਾਦ ਵੇਦ, ਜੀ ਜੰਤ ਵਿਸ਼ਮਾਦ, ਸਾਰਾ ਇਹ ਵਿਸ਼ਮਾਦ 'ਚ ਹੀ ਚਲਿਆਣਾ। ਫਿਰ ਤਰਲੋਚਨ ਜੀ ਨੇ ਕਹਿਣਾ, ਵੀ ਨਾਮਿਆ ਮੇਰੀ ਵੀ ਸਿਫਾਰਿਸ਼ ਕਰ ਦੇ ਬਈ, ਮੈਨੂੰ ਵੀ ਦਰਸ਼ਨ ਹੋ ਜਾਏ। ਭਾਜੀ ਕਹਿੰਦੇ ਚਲੋ ਮੈਂ ਕਰਦਾ ਗੱਲ। ਰੱਬ ਦੇ ਪਿਆਰਿਆਂ ਦੇ ਲਈ ਬਹੁਤ ਵੱਡੀ ਦਿੱਕਤ ਹੈ, ਇਹ ਬੰਧਨ ਹੈ ਜਿਹੜਾ ਰਜਾ 'ਚ ਆ ਗਿਆ, ਕਿ ਉਹ ਕੋਈ ਵੀ ਹਾਂ ਨਾ ਰਜਾ ਤੋਂ ਬਿਨਾਂ ਕਰ ਨਹੀਂ ਸਕਦਾ। ਪੁੱਛ ਲੈਂਦੇ ਆ ਭਾਈ, ਕਹਿੰਦੇ ਭਗਵਾਨ ਜੀ ਕਰ ਦਿਓ ਕਿਰਪਾ, ਮੇਰਾ ਮਿੱਤਰ ਹੈ ਤਰਲੋਚਨ, ਮੇਰੇ ਨਾਲ ਹੀ ਰਹਿੰਦਾ, ਇਕੱਠੇ ਅਸੀਂ ਭਗਤੀ ਕਰਦੇ। ਭਗਤ ਜੀ ਕਹਿੰਦੇ ਵੀ ਕਰੋ ਮਿਹਰ, ਤਰਸ ਕਰੋ।
ਉਹ ਕਹਿੰਦੇ ਵੀ ਤਰਲੋਚਨ ਨੂੰ ਕਹਿ ਵੀ ਉਹ ਨਾ ਜਿਹੜਾ ਜਪ ਤਪ ਦਾ ਮਾਣ ਜਿਹਾ ਕਰਦਾ ਫਿਰਦਾ ਨਾ, ਉਹ ਵਹਿ ਕਰਦਾ ਉਹ ਕਰਦਾ। ਜਾਹੋਂ ਜਾਣਾ ਭਗਤ ਗਿਆਨੀ, ਆਗੇ ਠਾਕਰ ਤਿਲ ਨਹੀਂ ਮਾਨੀ। ਆਪਣੇ ਆਪ ਨੂੰ ਭਗਤ ਸਮਝਣਾ, ਆਪਣੇ ਆਪ ਨੂੰ ਧਰਮੀ ਸਮਝਣਾ, ਆਪਣੇ ਆਪ ਨੂੰ ਸਮਝਣਾ ਵੀ ਮੈਂ ਰੱਬ ਦੇ ਕਰਮ ਕਰਦਾ। ਕਹਿੰਦੇ ਰੱਬ ਤਾਂ ਅੱਗੇ ਤਿਲ ਮਾਤਰ ਵੀ ਨਹੀਂ ਉਹਨੂੰ ਮੰਨਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੋਂ ਵਾਸਾਂ ਭਗਤ ਕੀ, ਕਹਿੰਦਾ ਵੀ ਮੈਂ ਤਾਂ ਭਗਤੀ ਦੇ ਬਸ ਹੈ। ਭਗਤੀ ਕਰੇਗਾ ਤੇ ਮਿਲ ਜਾਏਗਾ। ਕਹਿੰਦੇ ਹੁਣ ਭਗਤੀ ਕਰਨੀ ਕੌਣ ਦੱਸੇ ਭਾਈ? ਹੋਏ ਵਿਚੋਲਾ ਆਣ ਮਿਲਾਵੇ। ਹੁਣ ਭਗਤੀ ਕਿਵੇਂ ਹੁੰਦੀ ਹੈ? ਕਹਿੰਦੇ ਵੀ ਉਹ ਫਿਰ ਵਿਚੋਲਾ ਕੋਈ ਹੋਵੇ ਨਾ, ਦੱਸੇ ਵੀ ਭਗਤੀ ਕਿਵੇਂ ਹੁੰਦੀ। ਹੁਣ ਵਿਚੋਲਾ ਦੱਸਦਾ ਨਹੀਂ ਹੈ। ਆਪਾਂ ਬਚਨ ਪੜ੍ਹਦੇ ਰੋਜ਼ ਕਿ ਕਾਂਖੀ ਇੱਕ ਦਰਸ ਤੁਹਾਰੋ, ਨਾਨਕ ਉਹਨ ਸੰਗ ਮੋਹਿ ਉਧਾਰੋ। ਜਿਹੜੇ ਇਸ ਮਾਰਗ ਦੇ ਪਾਂਧੀ ਨੇ ਉਹਨਾਂ ਨੂੰ ਦੇਖਣਾ ਪੈਂਦਾ ਹੈ। ਫਿਰ ਉਹਨਾਂ ਦਾ ਮਾਰਗ ਕੀ ਹੈ ਜੀ? ਬੜਾ ਵਿਖੜਾ ਹੈ, ਸੌਖਾ ਨਹੀਂ ਹੈ, ਵਿਖੜਾ ਮਾਰਗ ਹੈ। ਤੇ ਉਹ ਜਦ ਮਾਰਗ ਨੂੰ ਦੇਖਦੇ ਰੱਬ ਦੇ ਪਿਆਰਿਆਂ ਨੂੰ, ਫਿਰ ਦੇਖ ਕੇ ਬੰਦਾ ਪਿੱਛੇ ਹਟ ਜਾਂਦਾ ਵੀ ਇਹ ਮੇਰੇ ਬਾਤ ਦਾ ਕੰਮ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਿਚੋਲੇ ਕੌਣ ਨੇ? ਤਿਨਾਂ ਦੇਖ ਮਨ ਚਾਓ ਠੰਡਾ, ਹਉ ਕਦ ਪਾਈ ਗੁਣ ਤਾਸਾ। ਜਿਨ੍ਹਾਂ ਨੂੰ ਵੇਖ ਕੇ ਚਾਹ ਪੈਦਾ ਹੋਵੇ ਕਿ ਮੈਨੂੰ ਵੀ ਕਿਤੇ ਰੱਬ ਦੀ ਪ੍ਰਾਪਤੀ ਹੋ ਜਾਵੇ, ਇਹ ਵਿਚੋਲੇ ਨੇ। ਇਹ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਬ੍ਰਹਮ ਗਿਆਨੀ ਪਰਉਪਕਾਰ ਦੇ ਵਿੱਚ, ਉਤਸ਼ਾਹ ਦੇ ਵਿੱਚ ਲੱਗੇ ਹੁੰਦੇ ਨੇ। ਉਹਨਾਂ ਨੂੰ ਦੇਖ ਕੇ ਮਨ 'ਚ ਚਾਹ ਪੈਦਾ ਹੋਣਾ ਵੀ ਮੈਂ ਵੀ ਇਸ ਤਰ੍ਹਾਂ ਕਰਾਂ। ਆਹ ਵਿਚੋਲੇ ਨੇ। ਭਗਤ ਜੀ ਫਿਰ ਦੱਸਦੇ ਵੀ ਰੱਬ ਜੀ ਨੇ ਐਂ ਕਿਹਾ, ਰੱਬ ਜੀ ਨੇ ਹੈ ਤਾਂ ਉਹਨਾਂ ਦਾ ਆਪਣਾ ਅਨੁਭਵ ਹੈ ਨਾ। ਕਿਉਂਕਿ ਨਾਮਦੇਵ ਜੀ ਕੀ ਕਹਿੰਦੇ ਵੀ ਨਾਮੇ ਨਾਰਾਇਣ ਨਾਹੀ ਭੇਦ। ਨਾਮਦੇਵ ਦਾ ਤੇ ਰੱਬ ਦਾ ਤਾਂ ਫਰਕ ਰਹਿ ਨਹੀਂ ਗਿਆ ਆਪਸ ਦੇ ਵਿੱਚ। ਉਹ ਤਾਂ ਰਾਮ ਕਬੀਰਾ ਇੱਕ ਭੇ ਕੋਈ ਨਾ ਸਕੇ ਪਛਾਣੀ। ਉਹ ਤਾਂ ਦੋਵੇਂ ਇੱਕੋ ਹੀ ਹੋਏ ਨੇ। ਪਰ ਫਿਰ ਵੀ ਉਹ ਕਹਿੰਦਾ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀਓ। ਕਹਿੰਦੇ ਮੈਂ ਨਹੀਂ ਕਹਿੰਦਾ, ਮਾਲਕ ਬੋਲਦਾ। ਮੇਰੀ ਰਸਨਾ ਤੇ ਪ੍ਰਭ ਜੀ ਵਸੈ, ਸਾਧ ਕੀ ਰਸਨਾ। ਉੱਥੇ ਰੱਬ ਵਸਦਾ ਤੇ ਰੱਬ ਬੋਲਦਾ, ਮੈਂ ਨਹੀਂ ਬੋਲਦਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਇਸ ਤਰ੍ਹਾਂ ਭਗਤ ਨਾਮਦੇਵ ਜੀ ਪ੍ਰਗਟ ਹੋਏ, ਸੰਗੀ ਆਉਣੇ ਸ਼ੁਰੂ ਹੋ ਗਏ, ਬੜਾ ਪ੍ਰਚਾਰ ਕੀਤਾ ਉਹਨਾਂ ਨੇ। ਤੇ ਆਖਰੀ ਸਮਾਂ ਉਹਨਾਂ ਨੇ ਪੰਜਾਬ ਦੇ ਵਿੱਚ ਆਉਣਾ ਕੀਤਾ। ਘੁਮਾਣ ਸ਼ਹਿਰ ਦੇ ਵਿੱਚ ਭਗਤ ਨਾਮਦੇਵ ਜੀ ਆਖਰੀ ਵੇਲੇ ਆ ਕੇ ਰਹੇ। ਕੰਮ ਉਹਨਾਂ ਦਾ ਸੀਗਾ ਕੱਪੜੇ ਰੰਗਣੇ, ਠੱਪਣੇ, ਸੀਣੇ। ਇਹ ਉਹਨਾਂ ਦਾ ਕੰਮ ਸੀਗਾ। ਤੇ ਇਸੇ ਕੰਮ ਦੇ ਵਿੱਚੋਂ ਭਗਤ ਨਾਮਦੇਵ ਜੀ ਨੇ ਰੱਬ ਨੂੰ ਪਾਇਆ। ਉਹ ਕਹਿੰਦੇ ਰਾਂਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰ ਹੀ ਨਾ ਜਿਉ। ਉਹ ਕਹਿੰਦੇ ਮੈਂ ਇਕੱਲੇ ਕੱਪੜੇ ਨਹੀਂ ਰੰਗਦਾ, ਰੰਗ ਦੇ ਨਾਲ ਕੱਪੜੇ ਰੰਗੇ ਜਾਂਦੇ ਆ। ਮੈਂ ਰੱਬ ਦੇ ਪ੍ਰੇਮ ਦੇ ਵਿੱਚ ਆਪਣੇ ਤਨ ਤੇ ਮਨ ਨੂੰ ਵੀ ਰੰਗਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨੂੰ ਰੰਗਦਾ, ਉਹਦੇ ਕੱਟਦਾ। ਸੋ ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਵੀ ਜਿਹੜੇ ਕੰਮ ਦੇ ਵਿੱਚ ਤੁਸੀਂ ਲੱਗੇ ਹੋਏ ਨਾ, ਉਸੇ ਕੰਮ ਦੇ ਵਿੱਚ ਰੱਬ ਨੂੰ ਵੇਖੋ। ਕਿਰਤ ਦੇ ਵਿੱਚੋਂ ਕਰਤੇ ਨੂੰ ਵੇਖੋ। ਕੰਮ ਨਹੀਂ ਛੱਡ ਕੇ ਬਹਿਣਾ, ਕੰਮ ਕਰੋ, ਪਰ ਉਹ ਕਿਰਤ ਦੇ ਵਿੱਚੋਂ ਕਰਤੇ ਦੇ ਦਰਸ਼ਨ ਕਰੋ। ਤੇ ਭਗਤ ਨਾਮਦੇਵ ਜੀ ਨੇ ਅਕਾਟ ਸ਼ਬਦ ਜਿਹੜੇ ਨੇ ਉਚਾਰਨ ਕੀਤੇ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਕਰਨਾ ਕੀਤਾ ਹੈ। ਇਤਿਹਾਸ ਬੰਦਿਆਂ ਦਾ ਲਿਖਿਆ ਹੋਇਆ, ਬਾਣੀ ਭਗਤਾਂ ਦੀ ਆਪਣੀ ਲਿਖਾਈ ਹੋਈ ਹੈ। ਇਤਿਹਾਸ ਦੇ ਵਿੱਚ ਗੜਬੜ ਹੋ ਸਕਦੀ, ਕੋਈ ਬੰਦੇ ਦੀ ਕਿਰਤ ਹੈ, ਪਰ ਬਾਣੀ ਸੱਚ ਹੈ। ਇਸ ਕਰਕੇ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤਾਂ ਦੇ ਦਰਸ਼ਨ ਕਰੀਏ। ਸਮੂਹ ਸੰਗਤ ਨੂੰ ਭਗਤ ਨਾਮਦੇਵ ਜੀ ਦੇ ਪਾਵਨ ਜਨਮ ਦਿਹਾੜੇ ਤੇ ਵਧਾਈ ਹੋਵੇ ਜੀ। ਸਤਿ ਸ੍ਰੀ ਅਕਾਲ। ਜਾਤਾਂ ਪਾਤਾਂ ਤੋਂ, ਬਰਾਦਰੀਆਂ ਤੋਂ ਉੱਪਰ ਉੱਠ ਕੇ ਰੱਬ ਦੀ ਬੰਦਗੀ ਕਰੀਏ ਕਿ ਜਿਵੇਂ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਏ, ਆਪਾਂ ਵੀ ਉਸੇ ਤਰ੍ਹਾਂ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਈਏ।
ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ हे पूरन हे सर्व मैं दुख भंजन ਗੁਣਤਾਸ हे संगी हे निरंकार हे निर्गुण सब ਟੇਕ हे गोविंद हे गुण निधान जाके सदा ਬੇਕ हे अपरंपर हर हरे हाय पी होवन ਹਾਰ हे संत कै सदा संग निधाराया ਆਧਾਰ हे ठाकुर हों दासरो मैं निर्गुण गुण नहीं ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।